ਅਜੂਨੀ ਸੈਭੰ ਗੁਰ ਪ੍ਰਸਾਦ। ਗਾਵਹਿ ਗੁਣ ਵਰਨ ਚਾਰ ਖਟ ਦਰਸ਼ਨ ਬ੍ਰਹਮਾਦਿਕ ਸਿਮਰੰਤ ਗੁਰ ਗੁਣਾ। ਗਾਵੇ ਗੁਣ ਸ਼ੇਸ ਸਹਸ ਜਿਹਵਾ ਰਸ ਆਦ ਅੰਤ ਲਿਵ ਲਾਗ ਤੁਨਾ। ਗਾਵੇ ਗੁਣ ਮਹਾਦੇਵ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ। ਕਬ ਕਲ ਸੋ ਜਸ ਗਾਵੋਂ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ। ਚਾਵਰ ਛਤਰ ਤਖਤ ਦੇ ਮਾਲਕ ਗਰੀਬ ਨਿਵਾਜ ਸਤਿਗੁਰੂ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਲਾਹੀ ਹਜ਼ੂਰੀ ਅੰਦਰ ਗੁਰਮਤਿ ਦੇ ਉੱਚੇ ਸੁੱਚੇ ਰੂਹਾਨੀ ਫਲਸਫੇ ਨੂੰ ਸਮਝਣ ਦੀ ਜਗਿਆਸਾ ਲੈ ਕੇ ਸੱਜ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ। ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਵੱਲੋਂ ਬਖਸ਼ੀ ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ। ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਵਿਰਦ ਮੁਤਾਬਿਕ ਆਪਾਂ ਸਾਰਿਆਂ ਨੂੰ ਨਿਵਾਜਦਿਆਂ ਸਤ ਸੰਗਤ ਦੀ ਅਮੋਲਕ ਦਾਤ ਬਖਸ਼ੀ ਹੈ। ਸਤਿਗੁਰੂ ਕਿਰਪਾ ਸਦਕਾ ਸੰਗਤ ਦੇ ਮਨ ਵਿੱਚ ਚਾਅ ਪੈਦਾ ਹੋਇਆ। ਪ੍ਰਬੰਧਕ ਵੀਰਾਂ ਨੇ ਹੁਕਮ ਕੀਤਾ ਕਿ ਸਾਡੇ ਇਕੱਲੇ ਸਿੱਖਾਂ ਵਿੱਚ ਨਹੀਂ ਬਲਕਿ ਬਾਕੀ ਕੌਮਾਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਬਹੁਤ ਵੱਡੇ ਪੱਧਰ ਤੇ ਪੜ੍ਹੀ ਜਾਂਦੀ ਹੈ। ਸਭ ਤੋਂ ਵੱਧ ਦੁਨੀਆ ਦੇ ਵਿੱਚ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਜਿੰਨਾ ਪਾਠ ਗੁਰੂ ਗ੍ਰੰਥ ਸਾਹਿਬ ਦਾ ਹੋ ਰਿਹਾ ਹੈ ਉਹਨਾਂ ਕਿਸੇ ਹੋਰ ਧਰਮ ਗ੍ਰੰਥ ਦਾ ਇਸ ਰੂਪ ਵਿੱਚ ਨਹੀਂ ਹੋ ਰਿਹਾ। ਇਸ ਲਈ ਵਿਚਾਰਨਾ ਬੜਾ ਜ਼ਰੂਰੀ ਹੈ ਕਿ ਅਸੀਂ ਪੜ੍ਹ ਕੀ ਰਹੇ ਹਾਂ। ਸਤਿਗੁਰੂ ਜੀ ਦੀ ਕਿਰਪਾ ਸਦਕਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪ੍ਰਥਮ ਬਾਣੀ ਜਿਹੜੀ ਕਿ ਹਰ ਸਿੱਖ ਨੂੰ ਪੜ੍ਹਨ ਦੀ ਹਦਾਇਤ ਹੈ। ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ।
ਇਹ ਨਿਤਨੇਮ ਤਾਂ ਸਾਡਾ ਬੜੇ ਲੰਮੇ ਸਮੇਂ ਤੋਂ ਗੁਰੂ ਨਾਨਕ ਪਾਤਸ਼ਾਹ ਵੇਲੇ ਤੋਂ ਸ਼ੁਰੂ ਹੋ ਗਿਆ ਸੀ। ਤਾਂ ਸਤਿਗੁਰੂ ਜੀ ਦੀ ਰਹਿਮਤ ਸਦਕਾ ਇਹ ਪਾਵਨ ਬਾਣੀ ਦੀ ਵਿਚਾਰ ਆਪਾਂ ਪਿਛਲੇ ਦਿਨਾਂ ਤੋਂ 10 ਦਿਨ ਲਗਾਤਾਰ ਇੱਥੇ ਸਮਾਗਮ ਰੱਖਿਆ। ਔਰ ਮੇਰਾ ਖਿਆਲ ਇੰਨਾ ਲੰਮਾ ਸਮਾਗਮ ਬਹੁਤ ਘੱਟ ਵਾਰ ਆਪਾਂ ਰੱਖਦੇ ਹਾਂ, ਕਿਉਂਕਿ ਜਿੱਥੋਂ ਵੀ ਕਿਤੇ ਪ੍ਰਬੰਧਕ ਵੀ ਹੁਕਮ ਕਰਨ ਉਹਨਾਂ ਨੂੰ ਵੱਧ ਤੋਂ ਵੱਧ 3 ਦਿਨ ਚਾਹੀਦੇ, ਕਿਉਂਕਿ ਸੰਗਤ ਦਾ ਜਿਹੜਾ ਇੰਟਰਸਟ ਹੈ ਉਹ 2-3 ਦਿਨ ਜ਼ਿਆਦਾ ਰਹਿੰਦਾ। ਜਿੰਨਾ ਪ੍ਰੋਗਰਾਮ ਲੰਮਾ ਹੋਈ ਜਾਵੇ ਤਿਉਂ ਇੰਟਰਸਟ ਹੋਏ ਤਾਂ 10 ਦਿਨ ਚੱਲਣੇ ਜੀ, ਕੋਈ ਪਹਿਲੇ ਦਿਨ ਆ ਗਿਆ, ਕੋਈ ਦੂਜੇ ਦਿਨ ਆ ਗਿਆ, ਨਾ ਉਹਨਾਂ ਵਕਤ ਹੁੰਦਾ ਹੈ। ਕਿਉਂਕਿ ਆਪਾਂ ਟਾਈਮ ਘੱਟ ਤੇ ਆਊਟਪੁੱਟ ਜ਼ਿਆਦਾ ਚਾਹੁੰਦੇ ਹੁੰਦੇ ਹਾਂ। ਮਨੁੱਖੀ ਮਨ ਦੀ ਇਹ ਇੱਛਾ ਹੈ। ਆਊਟਪੁੱਟ ਇਹੀ ਹੈ ਕਿ 2-2, 3-3 ਦਿਨ ਦੀਵਾਨ ਲਾਓ ਤੇ ਉਹਨਾਂ ਦੀਵਾਨਾਂ ਦੇ ਵਿੱਚੋਂ ਹੀ ਫਿਰ ਵੇਖ ਲਈਦਾ ਕੋਈ ਨਾ ਕੋਈ ਵੀਰ ਐਸਾ ਧਿਆਨ ਵਿੱਚ ਆ ਜਾਂਦਾ ਹੈ ਕਿ ਇਹ ਗੁਰਮਤਿ ਦੀਆਂ ਕਲਾਸਾਂ ਲਾ ਸਕਦਾ। ਇਸ ਇਹੀ ਤਰੀਕਾ ਆਪਾਂ ਪੜ੍ਹਾਈ 3 ਦਿਨ ਦਾ ਦੀਵਾਨ ਹੋਣਾ, ਕੋਈ ਨਾ ਕੋਈ ਵੀਰ ਉਹਨੂੰ ਫਿਰ ਬੇਨਤੀ ਕਰਨੀ ਕਿ ਤੂੰ ਹਫ਼ਤੇ 'ਚ 1 ਦਿਨ ਕੱਢੇਗਾ, ਮਹੀਨੇ 'ਚ ਕੱਢੇਗਾ ਜਾਂ ਰੋਜ਼ਾਨਾ ਕਰ ਸਕਦਾ। ਫਿਰ ਉਹਨੇ ਕਲਾਸ ਸ਼ੁਰੂ ਕਰ ਦੇਣੀ। ਔਰ ਇਹ ਸਤਿਗੁਰੂ ਦੀ ਰਹਿਮਤ ਹੈ ਕਿ ਜਿਹੜੇ ਪੰਜਾਬ ਦੇ ਮਾਲਵੇ ਹਿੱਸੇ ਦੇ ਵਿੱਚ ਵੱਡੇ ਪਖੰਡ ਦੇ ਗੜ੍ਹ ਸੀ, ਮੈਂ ਪਾਤਸ਼ਾਹ ਜੀ ਦੇ ਉੱਤੇ ਮਾਣ ਕਰਕੇ ਕਹਿ ਸਕਦਾ ਕਿ ਸਤਿਗੁਰੂ ਨੇ ਇੰਨੀ ਕਿਰਪਾ ਕੀਤੀ। ਅੱਜ ਵੱਡੇ ਵੱਡੇ ਗੜ੍ਹ ਜਿਹੜੇ ਉਹਨਾਂ ਦੇ ਟੁੱਟੇ ਹੋਏ ਹੈ। ਇੱਕ ਉਦਾਹਰਨ ਦੇ ਕੇ ਆਪਾਂ ਵਿਚਾਰ ਵੱਲ ਆਉਂਦੇ ਹਾਂ, ਜਿਹੜੇ ਭੈਣ ਭਰਾ ਪਹੁੰਚਦੇ ਆ ਪਹੁੰਚ ਜਾਣ। ਸਲਾਬਤਪੁਰਾ ਪਿੰਡ ਜਿੱਥੇ ਬਹੁਤ ਵੱਡਾ ਪਖੰਡ ਦਾ ਗੜ੍ਹ ਸੀ ਪੰਜਾਬ ਦਾ, ਅੱਜ ਤੁਹਾਨੂੰ ਉੱਥੇ ਗਿਣਤੀ ਦੇ 4 ਘਰ ਹੀ ਉਸ ਪਖੰਡੀ ਨਾਲ ਜੁੜੇ ਮਿਲਣਗੇ। 5 ਨਹੀਂ, ਨਾ 3, 4 ਘਰ ਹੀ। 200 ਤੋਂ ਵੱਧ ਬੰਦਾ ਉੱਥੇ ਅਰਥਾਂ ਸਮੇਤ ਗੁਰਬਾਣੀ ਪੜ੍ਹ ਚੁੱਕੇ। ਔਰ ਇਹ ਤਾਂ ਮੈਂ ਇੱਕ ਪਿੰਡ ਦਾ ਤੁਹਾਨੂੰ ਦੱਸਿਆ, ਹਰ ਪਿੰਡ ਦੇ ਉਸ ਸਾਰੀ ਬੈਲਟ ਦੇ ਵਿੱਚ ਇਹ ਹਾਲਾਤ। ਔਰ ਗੁਰਸਿੱਖ ਵੀਰਾਂ ਨੇ, ਚਲੋ ਪ੍ਰਚਾਰਕ ਨੇ ਤਾਂ ਪ੍ਰਚਾਰ ਕਰਕੇ ਚਲੇ ਜਾਣਾ, ਮੈਂ ਉਹਨਾਂ ਪ੍ਰਬੰਧਕਾਂ ਨੂੰ ਵੀ ਸਲੂਟ ਕਰਦਾ। ਅੱਜ ਹੁਣ ਤਾਂ ਹਾਲਾਤ ਬਦਲ ਗਏ, ਦੀਵਾਨ ਬੜੇ ਸੌਖੇ ਲੱਗ ਜਾਂਦੇ ਆ। ਪਿਛਲੇ ਸਮਿਆਂ ਦੇ ਵਿੱਚ ਪ੍ਰਬੰਧਕਾਂ ਨੂੰ ਇਹੋ ਜਿਹੀਆਂ ਧਮਕੀਆਂ ਵੀ ਸਹਿਣੀਆਂ ਪਈਆਂ ਕਿ ਜੇ ਉਹਨੂੰ ਦੀਵਾਨ ਤੇ ਤੁਸੀਂ ਸੱਦਿਆ ਨਾ, ਤੁਹਾਡੇ ਪੁਰਾਣੇ ਖਾੜਕੂਵਾਦ ਵੇਲੇ ਦੇ ਕੇਸ ਖੋਲ ਦਿਆਂਗੇ। ਪਰ ਸਾਡੇ ਉਹਨਾਂ ਸਤਿਕਾਰਯੋਗ ਪ੍ਰਬੰਧਕਾਂ ਨੇ ਕਦੇ ਪ੍ਰਵਾਹ ਨਹੀਂ ਕੀਤੀ। ਔਰ ਮਤਲਬ ਐ ਪੂਰਾ ਖੜ ਕੇ ਸਟੈਂਡ ਲੈ ਕੇ ਦੀਵਾਨ ਹੋਣਾ। ਉਹਦਾ ਰਿਜ਼ਲਟ ਵੀ ਹੈ, ਜਿਹੜੇ ਨੌਜਵਾਨ ਲੱਚਰ ਪ੍ਰੋਗਰਾਮ ਕਰਾਉਂਦੇ ਸੀ ਹੁਣ ਗੁਰਮਤਿ ਦੇ ਸਮਾਗਮ ਕਰਵਾਉਂਦੇ। ਬਹੁਤ ਸਾਰੇ ਪਿੰਡ ਮੈਂ ਤੁਹਾਨੂੰ ਐਸੇ ਗਿਣਾ ਸਕਦਾ। ਇਸ ਲਈ ਕਿਉਂਕਿ ਸਾਡੇ ਦੱਸਣ 'ਚ ਕਮੀ ਰਹੀ ਹੈ। ਸਾਡੇ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਇੰਨੀ ਮਹਾਨ ਹੈ। ਗੁਰਬਾਣੀ ਦੀ ਰੌਸ਼ਨੀ ਦੇ ਵਿੱਚ ਸਾਡਾ ਮਾਣ ਮੱਤਾ ਇਤਿਹਾਸ ਹੈ, ਸਾਡਾ ਅਮੀਰ ਸਿੱਖ ਸੱਭਿਆਚਾਰ ਹੈ। ਜਿਹੜੇ ਸਾਡੇ ਭੈਣ ਭਰਾ ਸਿੱਖੀ ਤੋਂ ਮੁਨਕਰ ਵੀ ਹੋ ਰਹੇ ਨੇ, ਉਹ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡੀਆਂ ਕਮੀਆਂ ਰਹੀਆਂ ਨੇ। ਜੇ ਪਿਆਰ ਨਾਲ ਆਪਾਂ ਉਹਨਾਂ ਨੂੰ ਸਮਝਾਉਣ ਦਾ ਯਤਨ ਕਰਾਂਗੇ, ਛਾਲਾ ਮਾਰ ਮਾਰ ਕੇ ਸਿੱਖੀ ਵੱਲ ਭੱਜੇ ਹੋਣਗੇ। ਪਰ ਉਹਨਾਂ ਨੂੰ ਥੋੜਾ ਜਿਹਾ ਪਿਆਰ ਨਾਲ ਦੱਸਣ ਦੀ ਅੰਦਰ ਜਜ਼ਬਾ ਹੈ, ਭਾਵਨਾ ਹੈ, ਸਮਰਪਿਤ ਨੇ। ਠੀਕ ਹੈ, ਕਈ ਵਾਰੀ ਹਵਾ ਇਹੋ ਜਿਹੀ ਚੱਲ ਪੈਂਦੀ ਹੈ, ਬਹੁਤ ਕੁਛ ਹੈ ਇਹਦੇ ਪਿੱਛੇ, ਕਿਤੇ ਨਾ ਕਿਤੇ ਸਿੱਖੀ ਦੇ ਲਿਬਾਸ ਨੂੰ ਕਿਨਾਰਾ ਕਰ ਬੈਠੇ ਨੇ। ਪਰ ਹੁਣ ਪਹਿਲਾਂ ਨਾਲੋਂ ਫਿਰ ਵੀ ਬਹੁਤ ਫਰਕ ਪੈ ਰਿਹਾ ਅੰਦਰ ਸਿੱਖੀ। ਮੈਂ ਤੁਹਾਨੂੰ ਹੋਰ ਬੇਨਤੀ ਕਰਦਾ, ਜਿਹੜੇ ਭੈਣ ਭਰਾਵਾਂ, ਭੈਣਾਂ ਤਾਂ ਖੈਰ ਬਹੁਤ ਘੱਟ ਨੇ, ਵੀਰ ਜਿਹੜੇ ਕੇਸ ਵੀ ਘਟਾਉਂਦੇ ਆ, ਇੱਕ ਨੋਟ ਕਰਿਓ, ਨੁਕਤਾ ਸਮਝਣ ਵਾਲਾ। ਇਹ ਕਿਤੇ ਨਾ ਕਿਤੇ ਸਾਡੀ ਵੀ ਕਮੀ। ਮੰਨ ਲਓ ਕਿਸੇ ਨੇ ਕੇਸ ਘਟਾਏ ਹੈ, ਉਹ ਗੁਰਦੁਆਰਾ ਸਾਹਿਬ ਆ ਗਿਆ, ਅਸੀਂ ਉਹਦੀ ਲਾਭ ਇੰਨੀ ਕਰ ਦਈਏ ਬੰਦਾ ਆਉਣੋਂ ਹੀ ਹਟ ਜੇ। ਨਹੀਂ, ਇੱਕ ਨੁਕਤਾ ਮੈਂ ਕਹਿਣ ਲੱਗਿਆ, ਸਿਰਫ ਕਿਸੇ ਨੌਜਵਾਨ ਵੀਰ ਜੀ ਨੇ ਕੇਸ ਘਟਾਏ ਹੈ ਨਾ ਜੀ, ਮੈਂ ਸਕੂਲਾਂ ਕਾਲਜਾਂ 'ਚ ਕਾਫੀ ਵਿਚਰਿਆ। ਤੁਸੀਂ ਨੌਜਵਾਨ ਵੀਰ ਨੂੰ ਇਹ ਪੁੱਛੋ ਵੀ ਤੂੰ ਕੇਸ ਘਟਾਏ ਕਿਉਂ? ਉਹ ਅੱਗੋਂ ਪਤਾ ਕੀ ਕਹਿੰਦਾ ਵੀ ਮੇਰਾ ਸਿਰ ਦੁਖਦਾ ਸੀ, ਮੇਰਾ, ਜਾਂ ਫਿਰ ਕਹਿੰਦਾ ਸੀ ਤਾਂ ਬੰਦੇ ਪਾਪੀ ਆ, ਅਸੀਂ ਗਲਤੀ ਕੀਤੀ ਹੈ।
मेरे फोड़े हो गए सी। ਹੁਣ ਜਦੋਂ ਉਹ ਬੰਦਾ ਕਹਿੰਦਾ ਮੇਰੇ ਫੋੜੇ ਹੋ ਗਏ ਸੀ ਜਾਂ ਮੇਰਾ ਸਿਰ ਦੁਖਦਾ ਸੀ, ਫਿਰ ਅਸੀਂ ਪਤਾ ਕੀ ਕਹਿੰਦੇ ਕਿ ਤੂੰ ਜਾਣ ਕੇ ਕਰਦਾ। ਇਹ ਗੱਲ ਸੱਚੀ ਹੈ, ਉਹ ਜਾਣ ਕੇ ਕਰ ਰਿਹਾ ਹੈ, ਉਹਨੂੰ ਵੀ ਪਤਾ ਨਹੀਂ ਮੈਂ ਬਹਾਨਾ ਬਣਾ ਰਿਹਾ, ਪਰ ਇਹਨੂੰ ਗੱਲ ਨੂੰ ਥੋੜਾ ਜਿਹਾ ਬਰੀਕੀ ਨਾਲ ਸਮਝੋ ਕਿ ਆਖਰ ਬਹਾਨਾ ਕਿਉਂ ਬਣਾ ਰਿਹਾ। ਇਹ ਨੈਗੇਟਿਵ ਗੱਲ ਨਹੀਂ ਹੈ, ਬੜੀ ਪੋਜ਼ਿਟਿਵ ਗੱਲ। ਜਿਹਨੇ ਕੇਸ ਕਟਾਏ ਨੇ ਉਹ ਕਹਿੰਦਾ ਮੇਰਾ ਸਿਰ ਦੁਖਦਾ ਸੀ, ਬਣਾ ਤਾਂ ਉਹ ਬਹਾਨਾ ਰਿਹਾ, ਪਰ ਆਖਰ ਬਹਾਨਾ ਕਿਉਂ ਬਣਾਉਣਾ ਪੈ ਰਿਹਾ ਉਹਨੂੰ? ਇਹਦਾ ਮਤਲਬ ਜਿਹਨ ਵਿੱਚ ਉਹਦੇ ਅੰਦਰ ਕਿਤੇ ਨਾ ਕਿਤੇ ਇਹ ਗੱਲ ਹੈਗੀ ਹੈ ਨਾ ਕਿ ਮੈਂ ਇਹ ਕੀਤਾ ਤਾਂ ਗਲਤ ਹੋਇਆ। ਅੰਦਰ ਇਹ ਗੱਲ ਹੈ। ਮੈਨੂੰ ਕਿਸੇ ਇੱਕ ਵੀ ਨੌਜਵਾਨ ਨੇ ਇਹ ਜਵਾਬ ਨਹੀਂ ਦਿੱਤਾ ਕਿ ਚਲੋ ਇਹ ਕਟਾ ਦੇ, ਮੇਰਾ ਰਾਈਟ ਹੈ, ਕਟਾ ਦੇ। ਕਿਸੇ ਇੱਕ ਨੇ ਵੀ ਨਹੀਂ ਕਿਹਾ ਦਿੱਤਾ। ਹਾਲਾਂਕਿ ਕੋਈ ਆਪਣਾ ਉਹਨਾਂ ਦੇ ਉੱਤੇ ਰੋਬ ਨਹੀਂ ਹੁੰਦਾ। ਸਾਡਾ ਰੋਬ ਥੋੜਾ ਕੋਈ, ਤੁਸੀਂ ਨੌਜਵਾਨ ਨੂੰ ਪੁੱਛੋ ਕੇਸ ਕਿਉਂ ਕਟਾਏ, ਉਹ ਕਹਿੰਦੇ ਮੈਂ ਕਟਾ ਦੇ ਤੈਨੂੰ ਐਵੇਂ ਕਹਿ ਸਕਦਾ, ਪਰ ਇਹੋ ਜਿਹਾ ਜਵਾਬ ਕੋਈ ਨਹੀਂ ਦਿੱਤਾ। ਇਹਦਾ ਮਤਲਬ ਕਿਤੇ ਨਾ ਕਿਤੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈਗਾ ਵੀ ਇਹ ਕੰਮ ਸਾਥੋਂ ਗਲਤ ਹੋਇਆ। ਇਹ ਅਹਿਸਾਸ ਹੋਣਾ ਬਹੁਤ ਵੱਡੀ ਗੱਲ ਹੈ। ਇਸੇ ਅਹਿਸਾਸ ਦੇ ਵਿੱਚੋਂ ਉਹ ਵਾਪਸ ਪਰਤ ਕੇ ਆ ਪਿਆਰ ਦਿਓ, ਸ਼ੁਭਾਨ ਦਿਓ। ਮੈਂ ਤਾਂ ਨੌਜਵਾਨ ਵੀਰਾਂ ਨੂੰ ਬੇਨਤੀ ਕਰ ਦਿੰਦਾ ਹਾਂ ਬਈ ਇੱਕ ਕੰਮ ਕਰੋ, ਦਸਤਾਰਾਂ ਸਿਰਾਂ ਤੇ ਲੈ ਆਓ, ਸੋਹਣੀਆਂ ਦਸਤਾਰਾਂ ਸਜਾਓ, ਦੁਮਾਲੇ ਸਜਾਓ। ਦਸਤਾਰ ਭਾਵੇਂ ਏਦਾਂ ਸਜਾ ਲਓ, ਪੇਚਾਂ ਵਾਲੀ ਭਾਵੇਂ ਦੁਮਾਲਾ, ਦੋਨੋਂ ਹੀ ਪਵਿੱਤਰ, ਦੋਨੋਂ ਹੀ ਚੰਗੀ ਗੱਲ, ਸਜਾਓ। ਜਦੋਂ ਦਸਤਾਰ ਸਜਾਉਣ ਲੱਗ ਗਏ ਆਪਣੇ ਆਪ ਕੇਸ ਸੰਭਾਲ ਲੈਣਗੇ, ਦਾੜੀ ਵੀ ਫਿਰ ਕਹਿਣਗੇ ਦਾੜੀ ਨਾਲ ਜ਼ਿਆਦਾ ਗੱਲ। ਮਤਲਬ ਹੌਲੀ ਹੌਲੀ ਅਸੀਂ ਪਿਆਰ ਨਾਲ ਆਪਣੇ ਭੈਣ ਭਰਾਵਾਂ ਨੂੰ ਕਹਾਂਗੇ ਤੇ ਜ਼ਰੂਰ ਗੁਰੂ ਸਾਹਿਬ ਦੀ ਬਹੁਤ ਵੱਡੀ ਬਖਸ਼ਿਸ਼ ਹੋਣੀ। ਮਸਲਾ ਇਹ ਹੈ ਕਿ ਪਿਆਰ ਨਾਲ ਦੱਸਣ ਦੀ ਤੇ ਕਈ ਵਾਰੀ ਅਸੀਂ ਉਹਨਾਂ ਨੂੰ ਜੋੜਨ ਦੀ ਥਾਂ ਤੇ ਤੋੜ ਦਿੰਦੇ ਹਾਂ। ਖਾਸ ਤੌਰ ਤੇ ਨੌਜਵਾਨ ਜੇ ਅੱਜ ਰੁਮਾਲਾਂ ਬੰਨ ਕੇ ਗੁਰਦੁਆਰਾ ਸਾਹਿਬ ਆਏ, ਇੱਥੇ ਆਪਣੇ ਕਈ ਵਾਰੀ ਮੈਂ ਵੇਖਦਾ ਦੀਵਾਨਾਂ ਜਦੋਂ ਵੱਡੇ ਪੱਧਰ ਤੇ ਰੱਖੇ ਹੁੰਦਾ ਰੁਮਾਲੀ ਰੁਮਾਲ, ਮੈਂ ਕਿਹਾ ਸ਼ੁਕਰ ਹੈ ਉਹ ਰੁਮਾਲਾਂ ਬੰਨ ਕੇ ਆਏ ਤਾਂ ਗੁਰਦੁਆਰਾ ਸਾਹਿਬ। ਇਹਨਾਂ ਨੂੰ ਮਿਹਣੇ ਦੇ ਕੇ ਮੋੜੀਏ ਨਾ, ਪਿਆਰ ਨਾਲ ਸਮਝਾਈਏ ਤੇ ਦਸਤਾਰ ਸਜਾਉਣ ਨੂੰ ਜੀ ਕਰਨ ਲਾ ਲਈਏ, ਇਹ ਪ੍ਰਾਪਤੀ ਹੈ। ਮਿਹਣੇ ਦੇ ਕੇ ਤਾਂ ਭਜਾਤੇ ਫਿਰ ਗੱਲ। ਇਹਦੇ ਵੀ ਬਹੁਤ ਕਾਰਨ ਨੇ ਜਿਹੜਾ ਗੁਰਦੁਆਰਿਆਂ 'ਚ ਨੌਜਵਾਨੀ ਦੀ ਘੱਟ ਆਉਣਾ। ਇਹਦੇ 'ਚ ਕਿਤੇ ਨਾ ਕਿਤੇ ਅਸੀਂ ਕੁਛ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ ਜਿੱਥੇ ਗੁਰੂ ਦਾ ਗਿਆਨ ਦਾ ਪ੍ਰਬੰਧ ਵੀ ਹੋਵੇ, ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਵੀ ਹੋਵੇ, ਲੋੜਵੰਦ ਨੂੰ ਹਰ ਤਰ੍ਹਾਂ ਦੀ ਸੇਵਾ ਸੰਭਾਲ ਹੋ ਰਹੀ ਹੋਵੇ। ਜਿਵੇਂ ਇੱਥੇ ਮੈਨੂੰ ਖੁਸ਼ੀ ਹੋਈ, ਮੈਨੂੰ ਤਾਂ ਕੱਲ ਪਤਾ ਲੱਗਿਆ ਕਿ ਜਿਹੜੇ ਕੈਂਸਰ ਦੇ ਮਰੀਜ਼ ਆਉਂਦੇ ਆ ਦੂਜੀਆਂ ਸਟੇਟਾਂ ਚੋਂ ਜਾਂ ਦੂਰ ਦੇ ਇਲਾਕਿਆਂ ਚੋਂ ਆਉਂਦੇ ਆ, ਆਪਣਾ ਗੁਰਦੁਆਰਾ ਸਾਹਿਬ ਕੈਂਸਰ ਹਸਪੀਟਲ ਦੇ ਨੇੜੇ ਆ ਤੇ ਇੱਥੇ ਰਾਤ ਨੂੰ ਠਹਿਰ ਸਕਦੇ ਆ, ਰੁਕ ਸਕਦੇ ਆ। ਉਹਨਾਂ ਨੇ ਬਕਾਇਦਾ ਸਾਰਾ ਪ੍ਰਬੰਧ ਕੀਤਾ। ਇਹ ਹੈ ਗੁਰਦੁਆਰਾ ਸਾਹਿਬ ਦੇ ਕੰਮ। ਵੇਖੋ ਮੈਂ ਬੇਨਤੀ ਕਰਾਂ, ਗੁਰੂ ਦੀ ਵਿਚਾਰਧਾਰਾ ਤਾਂ ਸਿਰਮੌਰ ਹੈ, ਪਰ ਗੱਲ ਇਹ ਹੈ ਜਿਹੜਾ ਪਹਿਲਾ ਅਸਰ ਪੈਣਾ ਹੈ ਨਾ ਲੋਕਾਂ ਤੇ, ਉਹ ਤੁਹਾਡੇ ਪ੍ਰਬੰਧ ਦਾ ਪੈਣਾ। ਅੱਜ ਮਾਣ ਕਰਦੇ ਆ ਨਾ ਭਗਤ ਪੂਰਨ ਸਿੰਘ ਜੀ ਦੇ। ਭਗਤ ਪੂਰਨ ਸਿੰਘ ਜੀ ਰਾਮ ਜੀ ਦਾਸ ਤੋਂ ਭਗਤ ਪੂਰਨ ਸਿੰਘ ਬਣੇ, ਪਹਿਲਾ ਜਿਹੜਾ ਅਸਰ ਪਿਆ ਉਹਨਾਂ ਤੇ ਪ੍ਰਬੰਧ ਦਾ ਪਿਆ ਸੀ। ਬਾਅਦ ਜੁੜਿਆ, ਇਹ ਤਾਂ ਗੱਲ ਬਾਅਦ ਚ ਚੱਲੀ। ਪੇਪਰ ਦੇ ਕੇ ਆ ਰਹੇ ਸੀ ਨਾ, ਕਿਸੇ ਮੰਦਰ ਚ ਗਏ, ਹਨੂਮਾਨ ਦੇ ਭਗਤ ਸੀ, ਰੋਟੀ ਖਾਣ ਬੈਠੇ, ਕਹਿੰਦੇ ਨਾ ਐ ਤਾਂ ਨਹੀਂ ਰੋਟੀ ਮਿਲਦੀ। ਫਿਰ ਗੁਰਦੁਆਰਾ ਰੇਰੂ ਸਾਹਿਬ ਗਏ, ਉੱਥੇ ਜਦੋਂ ਐ ਰਿਸਪੈਕਟ ਨਾਲ ਪ੍ਰਸ਼ਾਦਾ ਛਕਾਇਆ ਗਿਆ, ਰਾਤ ਨੂੰ ਵਿਸ਼ਰਾਮ ਲਈ ਵੀ ਸੋਹਣਾ ਸਾਫ ਸੁਥਰਾ ਬਿਸਤਰਾ ਸਭ ਕੁਝ ਮਿਲਿਆ। ਇਸ ਗੱਲ ਤੋਂ ਪ੍ਰਭਾਵਿਤ ਹੋਇਆ ਰਾਮ ਜੀ ਦਾਸ ਗੁਰੂ ਦਾ ਹੋ ਕੇ ਰਹਿ ਗਿਆ, ਕਹਿੰਦਾ ਵੀ ਮੈਂ ਹੁਣ ਬਸ ਤੇਰੇ। ਇੱਕ ਮੈਂ ਕਹਿੰਦਾ ਉਹ ਪ੍ਰਬੰਧਕਾਂ ਨੇ ਕਿੱਡੀ ਵੱਡੀ ਸੇਵਾ ਕਰਦੀ। ਉਹ ਇੱਕ ਚੰਗੇ ਪ੍ਰਬੰਧ ਦੇ ਵਿੱਚੋਂ ਇੱਕ ਕੌਮ ਦਾ ਐਸਾ ਹੀਰਾ ਨਿਕਲਿਆ। ਪੂਰੀ ਮਨੁੱਖਤਾ, ਇਕੱਲੇ ਸਿੱਖ ਨਹੀਂ, ਹਿੰਦੂ ਮੁਸਲਿਮ ਸਾਰੇ ਚੰਗੇ ਬੰਦੇ ਭਗਤ ਪੂਰਨ ਸਿੰਘ ਜੀ ਦੇ ਮਾਣ ਕਰਦੇ। ਉਹ ਪ੍ਰਬੰਧ ਦੀ ਇਹ ਗੱਲ ਹੈ। ਪ੍ਰਬੰਧ ਦੀ ਗੱਲ ਕੋਈ ਛੋਟੀ ਨਹੀਂ। ਕਿਤੇ ਤੁਸੀਂ ਆ ਸੋਚੋ ਚਲੋ ਠੀਕ ਹੈ ਪ੍ਰਬੰਧਕਾਂ ਨੂੰ ਕਹਿਣਾ ਠੀਕ ਹੈ ਜੀ, ਪ੍ਰਬੰਧ ਮਿਲ ਗਿਆ ਗੁਰਦੁਆਰਾ ਸਾਹਿਬ ਦਾ, ਨਹੀਂ। ਇਹ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਬਹੁਤ ਵੱਡੀ ਜ਼ਿੰਮੇਵਾਰੀ ਹੈ, ਬਹੁਤ ਵੱਡੀ ਸੇਵਾ ਹੈ। ਇਹ ਅਹੁਦੇ ਨਹੀਂ ਹਨ।
ये कोई चौधर नहीं है, तो जिम्मेवारी है। ये गुरु की गोलक, मैं तो अक्सर बेनती करता, गुरु की गोलक की चाबी जे हाथ च आई है ना, भाई मनीष सिंह नूं याद रखियो, उन्होंने बंद कटवा लिया, पर गुरु की गोलक का एक भी टका नहीं नजायज वरतिया। जकरिया खान का यही मसला सी, 10,000 टका मंगता सी, वो साखी तो लंबी है। ਇਹਦਾ ਇਹ मतलब नहीं कि भाई मनीष सिंह को 10,000 टका उस वक्त है। ऐसी सत्कारत हस्ती सी, हिंदू ते मुसलमाना ने ढेर ला लेना सी, सिखा की गल छड्डो तुसीं टकियां दा, पर पूरी दुनिया को दसना कि गुरु की गोलक की वरतों किवें कीती जाती है। कहते 10,000 टका छड्ड, मैं एक भी टका नहीं देंगा, बंद कटाउण लई। भाई मनीष सिंह एक वो ने साडे महान शहीद, गुरु की गोलक का एक टका नहीं नजायज वरते दिता, उन्होंने बंद कटवा लिया। ते एक अज ने साडे कढ़ाण चौधरी जदों गलत हुक्मनामा किया उठों अकाल तख्त साहब तो संगत ने मन्निया नहीं, गुरु की गोलक चो 91 लाख के इश्तिहार देते भी तुसीं गलत हुक्मनामे नूं 91 लाख दे। तो मैं तो हर स्टेज पर बार बार पूछता इन्हों भी हुण 91 लाख को तुहाडा प्यो भरूगा गोलक च, तुसीं पाओगे दसो। एक संगत का 1-1 रुपया है, बड़ी भावना ना, इतने किसी हराम की कमाई नहीं आई हुई। संगत तिल फुल अपने दसवंध चों आप जिन्नी समर्थ है वो मुताबिक पैसा इकट्ठा होया, ये इस तरह वरतन वास्ते। खैर ये तो मैं थोड़ी जी बेनतियां इस करके भी की कि आप प्रबंध वाले पासे सारे गुरुद्वारे पूरा पूरा ख्याल रखिए, और नाल ये होगा कि संगत पहुँच गई हो, फिर सारी गल समझ आ जाती है। अज अपना इस समाप्ति का दीवान है, 10 दिनों का समागम सीगा, और 35 पौड़ियां तक विचार आप कर चुके हैं। संखेप विचार पता गुरु ਸਾਹਿਬ की बख्शिश नाल समाप्ति हो सके। भुलां चुकां लई माफी। आओ सारे एकाग्रता नाल उसे तरह मिल के उच्चारण करियो जी, सतनाम श्री ज्ञान खंड में ज्ञान प्रचंड, तिथै नाद विनोद कोड आनंद, शर्म खंड की बाणी रूप, तिथै घाड़त घड़िए बहुत अनूप, ताकियां गल्लां कथियां ना जाहे, जे को कहे पिछे पछताए, तिथे घड़िए सुरत मत मन बुद्ध, तिथे घड़िए सुरा सिद्धा की सुध, हुण पातशाह ने बख्शिश की। आपां खंडां दे विचार पिछले दिनों तो समझ रहे हैं। धर्म खंड, भई ये धरती सानू धर्म कमाउण लई मिली, धर्म खंड विच असीं सारे आउणे। उस तो अगली अवस्था है ज्ञान खंड, ज्ञान प्राप्त करना। ते सतगुरु बख्शदे ने ज्ञान खंड में ज्ञान प्रचंड। ज्ञान खंड पिछली पौड़ी में सारा आ चुके हैं, बेअंत तक। जो ज्ञान आता फिर दृष्टि जिहड़ी है सोच विशाल हो जाती, सुंगड़ती नहीं फिर सोच। ज्ञान खंड में ज्ञान प्रचंड, प्रचंड प्रबल तेज। ज्ञान खंड की अवस्था विच जो मनुख ज्ञान खंड में होंदा ज्ञान की भरमार होती। तिथे नाद विनोद कोड आनंद। तिथे का भाव इस ज्ञान की अवस्था विच की होंदा। नाद, नाद का अर्थ शब्द भी किया ते राग भी किया गया। विनोद, विनोद का मतलब तमाशे, कोड का मतलब है कौतक आनंद। बई जिहड़े ज्ञान की अवस्था प्राप्त करते हैं उन्होंने सारे रंग तमाशे कौतकों का आनंद माणिया। उन्होंने हर किस्म का ज्ञान है, उन्होंने रस माणिया है।
शर्म खंड की, इनू श्रम उच्चारण भी करते हैं, शर्म भी करते हैं। अर्थ है मेहनत। पहला धर्म खंड, फिर हो गया ज्ञान खंड। ज्ञान प्राप्त कर लिया, उस तो बाद ये नहीं ज्ञान प्राप्त करके असी चुप करके बैठ जाना, नहीं नहीं। उस तो बाद फिर काम शुरू होता है मेहनत। फिर तीजी अवस्था, तीजा स्टेप गया श्रम खंड की बाणी रूप। जी श्रम खंड की बनावट है, रूप सुंदर है। जी मेहनत है वो साडे जीवन को सुंदर बनाती। मेहनत भावे वो दुनियावी मेहनत भी गल कर लो, अध्यात्म मेहनत ही जीवन को सुंदर बनाती। साडा तो सिद्धांत की किरत करो दा महाराज ने बख्शे। उद्यम करेंदियां जियो कमांदियां सुख पुंज, ध्याएंदियां तू प्रभु मिल, नानक पुतरी चिंत। उद्यमी बनाया गुरु ने, वेलड़ नहीं बनाया। सतगुरु नानक सब सच्चे पातशाह मरग भागो का सदा ठुकरा के भाई लालो के गोडे नाल गोडा जोड़ के बैठ के प्रशादा छक। ਇਹਦਾ मतलब किरतियां प्यार करते हैं। ਉਹੀ गुरु नानक चौथे जामे ਵਿੱਚ गुरु रामदास महाराज के रूप में ਜਦੋਂ रामदास पुर वसाਉਂਦੇ ने 52 ਕਿੱਤਿਆਂ ਦੇ ਲੋਕਾਂ ਨੂੰ ਸੱਦਿਆ ਆ ਕੇ ਮੇਰੇ ਇਸ ਨਗਰ ਵਿੱਚ ਵਸੋ। ਸ਼ਰਮ ਖੰਡ ਵਾਲਿਆਂ ਨੂੰ ਗੁਰੂ ਪਿਆਰ ਕਰ। ਉਹੀ गुरु नानक 10वें जामे च गुरु गोबिंद सिंह महाराज के रूप में वेलड़ बंदे के हाथ का पानी नहीं पी रहे कि पानी मेरे पीण जोग नहीं है। पूरी पूरी साखी तो जान। इसलिए गुरु सवारियो असल अर्थां विच स्वरूप सोहना हुंदा मेहनत विच। मेहनत हर फील्ड विच बड़ा गहरे पॉइंट है। कहते तिथा घाड़त घड़ी है बहुत अनूप। इस शर्म खंड विच की है बड़ी मन की सुंदर घाड़त घड़ी है। ये मेहनत है जी, मेहनत के अंदरली का जिक्र है। वैसे ये मेहनत किवें, बहुत मेहनत है, बहुत बड़ी प्रैक्टिस है। मैं सौखे जे लफ्ज थोड़े जे पढ़ना। आप मन के तल से जो देखते हैं हालत अपनी, बहुत मेहनत है। ज्यों ही मन में कोई ना कोई फुरना आया बुरा, नाल दी नाल गुरु अगे अरदास, बड़ी कशमकश है। ज्यों ही मन के विच फुरना चंगा आ गया, नाल दी नाल अकाल पुरख वाहिगुरू जी का शुकराना कि इन्ना सोहना फुरना सच्चे पातशाह तुसीं बख्शो। बंदा गुरु सवारे नोट करियो, बंदा कदे पैसे करके या औहदे करके बड़ा नहीं होता, बंदा ख्यालां करके बड़ा। वड्डे ख्याल गुरु किसे किसे नूं बख्शदा है। किसी पक्ष तो भी जिहड़े बड़े ख्याल आने, बड़े फुरने आने, गुरु की रहमत तो बिना नहीं किसी पक्ष तो भी नहीं पाओ। कोई आर्थिक पक्ष तो बड़े फुरने लै रहे, कोई अध्यात्मक पक्ष तो बड़े फुरने लै, बड़े ख्याल नहीं तो बंदा सोच ही नहीं सकता। बड़ा ख्याल छेती नहीं होता। ये बहुत बड़ी गुरु की बख्शिश होती। इसलिए मेरे बालक कहते हैं भी इस अवस्था दे विच बड़ी मन की सुंदर घाड़त घड़ी ताकियां गल्लां कथियां ना जाए। इस अवस्था विच मेहनत की जिहड़ी अवस्था है उहदे बारे भी पूर्ण तौर पर बयान नहीं किया जा सकता। जे को है पिछे कुछ जिहड़े किरती मेहनती हर पक्ष मेहनती ने उन्होंने बारे कंप्लीट तौर पर कोई जतन करे कहने का वो पल्ले पछतावा ही नहीं। धर्म की दुनिया के भी गुरु सवारियों मेहनत है। इतने भी पक्या पकाया नहीं है कुछ, जिमें सानू आदत पै गई रेडीमेड, इतने कुछ नहीं। किरपा मुल नहीं मिलती पकौड़ियां की तरह, कपड़ियां की तरह भी मुल के कपड़े बने बनाए आ गए। किरपा इतना मुल नहीं मिलती। किरपा ते पहुंचांगे आप अगली किरपा दी है। पर तुसीं देखो पहला गुरु संत का मतलब तरीका, पहला धर्म खंड, फिर ज्ञान खंड, फिर शर्म खंड, फिर कर्म खंड।
हालांकि कर्मखंड ते सरमखंड कोत कोत है, बड़ा गहरा पॉइंट। भाई किरपा दे नाल मेहनत होंदी है, मेहनत होंदी है किरपा नाल होंदी है, गल्लां तां दोनों ही है, पर बड़ा बरीकी वाला पॉइंट है। महाराज ने मेहनत वाला खंड सरमखंड पहला लिखिया है ते कर्मखंड बाद। मेहनत करांगे बख्शिश होगी, हाँ मेहनत भी उसकी बख्शिश नाल ही करांगे। इसलिए मेरे मालिक ने कहा ताड़ियां गल्लां कथियां ना जाही, जे को कहे पिछे पछताए, तिथे घड़िए सुरत मत मन बुत। ये मेहनत इत्थे मेहनत करके शब्द द्वारा समझ आ गई, सौखे होर लफ्ज कर ये मेहनत के। मान लो आपां नूं 2 करोड़ रुपये की ठगी मारन का कितने मौका मिले, भाई किसी को पता लगना इतने काम हो सकता, तो हम मेहनत बहुत है, बचना बड़ी मेहनत है कि सौखा बचेगा। अपनी सुरत पदार्थ च जा रही है, बेईमानी च जा, सुरत को फिर शब्द वाल लैके आना, ये मेहनत है। ज्ञान खंड पहला आ चुके हैं ना, ज्ञान तो पहला ले रहे हैं, उन्होंने प्रैक्टिकली लागू करना है, फिर सुरत लैके जा जो ज्ञान लिया हुआ है उधर नूं। हक पराया नानका उस सूअर उस गाए गुर भी रामा तां भरे जा मुर्दार, जा मुर्दार न खा, ये पराया हक नहीं खा। ये मेहनत है, प्रैक्टिस है। किसी किस्म का भी ख्याल माड़ा लगे नाल दी ना, पर त्रै रूप न वेख्या नेत्र, अखी सूतक वेखना पर त्रै पर तन रूप, नाल दी नाल उधर गया। जे मैरिज होगी भावें वीर है जब भैन सारे, उस तो बाद किरदार तो बिगड़न दी गल्लां फिर भी करे, मर्यादा तो बाद क्या गल आयो घूश, पर वीर ना जोहे पंथ, पर वीर ना जोहे कंत तू, नानक फुल्ला संधी वार खिड़िया हक संसार जो। ये प्रैक्टिस है बहुत बड़ी, एक खेड है, ये मेहनत। फिर इस तरह प्रैक्टिस करके बार बार समझ रहे हो, गुर मेरा संग सदा है नाले का मतलब की गुरु नूं हमेशा नाल, गुरु नूं हमेशा याद रखना। आप कहते हैं दर्शन देख जीवा गुर तेरा, दर्शन की भी गुरमत का फलसफा ध्यान विच धर के जीवां। ये तो क्लास है, सत्संगत सतगुर चटसाल है जित हर गुण सिखा। एक क्लास में जो सीखे प्रैक्टिकली लागू करना है। गुरु घर आके आप झाड़ू मार, ਇਹਦਾ मतलब की ये आसे पासे जिथे रहना सफाई रखना, इत्थे दा प्रैक्टिस होगी। जिवें क्लास नहीं होंदा एक फार्मूला समझाता टीचर ने, ਇਹਦਾ मतलब ये नहीं भी कोई सवाल हल करना है, ये तो फार्मूला मिल गया, इहनूं वरतना घरे जाके कई सवाल कढने होंदे। इसे तरह एक एक काम गुरुद्वारा साहब च इत्थे फार्मूले की तरह समझाया गया। हाँ जी, इत्थे बैठ के गुरबाणी सुन ली, एक घरे भी आदत पानी, सारा परिवार बैठ के सुने, घर में पढ़िया लिखा है उस चीज की परमार्थ करे। इधर गुरुद्वारा जिन्नियां मर्जी तुसीं वेख लो, बोले सोनेहाल का जयकारा आप गजाता, एक प्रैक्टिस होगी। ये रौला पाने वास्ते थोड़ा जयकारा बोले, कदों बोले जो धक्का होंदा बेइंसाफी होंदी उदों बोले, वो निहाल होंदा। ते असीं पता की कहने असीं की करिए जी, साडी किहड़ा किहदे आसरे बोलीए? सत श्री अकाल, अकाल पुरख दे आसरे बोलना है, जिहड़ा सरीवी सत है ते सब तो श्रोमणी। ये है जयकारे का, ये प्रैक्टिकली होना है, उत्थे बाहर होना है गुरुद्वारे च। हुण इत्थे आपां कड़ाह प्रसाद छकदे हां रोज, रकाउंदे ना भाई साहब, ਇਹਦਾ मतलब की है कि थोड़ा प्रसाद छकना। एक कड़ाह प्रसाद का मतलब असी छकिया, कई बार असी भेटा भी करते हैं गुरु के दर से। ਇਹਦਾ मतलब है रब का नाम लैके आपस में वंड के छकना सीख जाइए। गुरु के दर से कड़ाह प्रसाद भेटा किया, प्रवान होया या ना होया, फिर तो अपने अंदर निगाह मार के देख लीए भाई। जे तो परमात्मा का नाम लैके वंड के छकना सीख लिया, कड़ाह प्रसाद दर प्रवान हो गया। तो जे करप्शन करके वो कड़ाह प्रसाद प्रवान करवाया, वो नहीं हुआ।
ਇਹਦਾ ਹੱਕ ਮਾਰ ਕੇ ਆਪਾਂ ਮੈਨੂੰ ਮਾਫ ਕਰਿਓ, ਸਾਡੇ ਮੁਲਕ ਦੀ ਗੱਲ ਹੈ ਵੀ ਇੱਥੇ ਭ੍ਰਿਸ਼ਟਾਚਾਰ ਖਤਮ ਹੋਊ ਕਿਵੇਂ? ਐਵੇਂ ਗੱਲਾਂ ਜਿਹੜੇ ਲੋਕਾਂ ਨੇ ਆਪਣੇ ਪੈਗੰਬਰਾਂ ਨੂੰ, ਆਪਣੇ ਰਹਿਬਰਾਂ ਨੂੰ ਰਿਸ਼ਵਤਖੋਰ ਕਲੰਕ ਸਮਝਿਆ, ਉਹਨਾਂ ਦੇ ਦਿਮਾਗ ਚੋਂ ਰਿਸ਼ਵਤ ਨਿਕਲੂ ਕਿਵੇਂ? ਗੁਰਾਂ ਨਾ ਬਣਾਇਆ ਜੇ ਇਹ ਮਤਲਬ ਗੁਰੂ ਨੂੰ ਵੀ ਵੱਡੀ ਦੇਣ ਲੱਗਿਆ ਸੀ। ਬਾਬਾ ਕਹਿੰਦਾ ਪਰਾਇਆ ਹੱਕ ਖਾਣਾ ਨਹੀਂ, ਅਸੀਂ ਕਹਿੰਦਾ ਮਹਾਰਾਜ ਜਿਹੜੀ ਕਮਾਈ ਕੀਤੀ ਹੈ ਜਾਂ 2 ਨੰਬਰ ਵਾਲੀ ਵਿੱਚ ਤੇਰਾ ਹਿੱਸਾ ਤਾਂ ਕੱਢਿਆ, ਕਿ ਗੁਰੂ ਕੋਈ ਰਿਸ਼ਵਤਖੋਰ ਕਲੰਕ ਹੈ? ਗੁਰੂ ਨਹੀਂ ਹਮੀ ਭਰਦਾ। ਇਸ ਕੀ ਮੈਂ ਬੇਨਤੀ ਕਰ ਰਿਹਾ, ਪ੍ਰੈਕਟਿਸ ਹੈ ਜੀ ਬਹੁਤ ਵੱਡੀ। ਸੁਰਤ ਸ਼ਬਦ ਦਾ ਅਭਿਆਸ, ਇਹ ਵੀ ਅਭਿਆਸ ਹੈ ਸੁਰਤ ਸ਼ਬਦ ਦਾ, ਇਸ ਸੁਰਤ ਨੂੰ ਵਾਰ-ਵਾਰ ਸ਼ਬਦ ਵੱਲ ਲੈ ਕੇ ਜਾਣਾ। ਮੇਰਾ ਇਸੇ ਨੂੰ ਮਹਾਰਾਜ ਕਹਿੰਦੇ ਨੇ ਰੱਖ ਰੱਖ ਚਰਨ ਧਰੇ ਵਿਚਾਰੀ, ਵੀ ਇੱਕ ਇੱਕ ਕਦਮ ਗੁਰਬਾਣੀ ਦੀ ਰੌਸ਼ਨੀ ਚ ਪੁੱਟਣਾ ਹੈ। ਕਿ ਗੁਰੂ ਮੇਰਾ ਇਹ ਕੰਮ ਕਰਨ ਨੂੰ ਕਹਿੰਦਾ ਤਾਂ ਕਰਨਾ ਹੈ, ਮੇਰਾ ਗੁਰੂ ਰੋਕਦਾ ਮੈਂ ਰੁਕਦਾ ਬਸ। ਇਹ ਫਿਰ ਇਸ ਵੱਲ ਇਹ ਮਿਹਨਤ ਦੀ ਅਵਸਥਾ ਜੀ, ਬੜੀ ਮਿਹਨਤ ਹੈ ਜੀ, ਕਿਤੇ ਥੋੜੀ ਮਿਹਨਤ ਨਹੀਂ ਹੈ। ਇੱਥੇ ਫਿਰ ਤਿੱਥੈ ਘੜੀਐ ਸੁਰਤ ਮਤ ਮਨ ਪੁੱਤ, ਸੁਰਤ ਉੱਚੀ ਉੱਠੇਗੀ, ਮਤ ਵਧੇਗੀ, ਅਸਲ ਮਤ ਆਊ, ਮਨ ਜਾਗੂਗਾ ਵਿਸ਼ੇ ਵਿਕਾਰਾਂ ਚੋਂ। ਕਿਆ ਤੂੰ ਸੋਇਆ ਜਾਗਿਆ ਨਾ, बुद्धि प्रभ का सिमरन ज्ञान ध्यान तत्व बुद्ध भी पढ़ते हैं। तिथे घड़िए सुरां सिद्धां की सुध, सुध सूझ अकल, देवतियां ते सिद्धां वाली अकल, भाव असल अर्थां विच देवते ते सिद्ध वो ने जिहड़े गुरु दे ज्ञान नूं प्रैक्टिकली मनदे। आपां पढ़दे नहीं जिन मानस ते देवते की बलिहारी गुर अपने व्यवहारी सदवार, जिन मानस ते किवें बनाउंदा है गुरु मानसा तो देवते, किहड़े देवते बनाउंदा है? इंद्र वर्गे बनाउंदा? ना ना, बहुत होर तरह दी गल्लां। गुरु मानसा तो देवते बनाउंदा नेक इंसान नाल, पाक साफ पवित्र इंसान जिहदे उत्ते पूरी मनुखता मान कर सकती, ये बनाउंदे गुरु देव नहीं होंदा। इसलिए तिथे घड़िए सुरां सिद्धां की सुध, कर्म खंड की बाणी जोर, कर्म खंड की बाणी जोर, तिथे होर न कोई होर, तिथे होर न कोई होर, तिथे जोध महाबल सूर, तिथे जोध महाबल सूर, तिन में राम रहया भरपूर, तिन में राम रहया भरपूर, तिथे सीतो सीता महिमा माहे, तिथे सीतो सीता महिमा माहे, ताके रूप न कथने जाहे, ताके रूप न कथने जाहे, ना ओ मरे न ठाके जाहे, ना ओ मरे न ठाके जाहे, जिनके राम वसै मन माहे, जिनके राम वसै मन माहे, तिथे तिथे भगत वसै के लो, करें आनंद सच्चा मन सोए, सच खंड वसै निरंकार, कर कर वेखै नजर निहाल, तिथे खंड मंडल वर भंड, जे को कथै ता अंत न अंत, तिथे लो लो आकार, जिव जिव हुक्म तिवै तिवकार, वेखै विगसै कर विचार, नानक कथना करड़ा सार, कर्म खंड चौथा खंड आ गया। कर्म का मतलब इत्थे बख्शिश, बख्शिश का खंड, बख्शिश की अवस्था। सब तो पहला धर्म खंड, भी ये मौका सानू धर्म कमाउण लई मिलिया है। फिर ज्ञान खंड, धर्म कमाउण दे लई ज्ञान होना बहुत जरूरी है। ये ज्ञान ही नहीं, सोझ ही नहीं है,
सोझी तो बिना उद्यम करी जाओ कोई रिजल्ट नहीं निकलता। बहुत सारे ऐसे लोग भी है जिन्होंने जेडे उद्यम तो बहुत कर रहे पर सोझी ज्ञान नहीं है, मेहनत बहुत करते धुएं तापी जाने। वैसे ईमानदारी नाल सोचिए महाराज जी गुरु बैठे मेहनत तो बहुत है, धुएं का अपने कितने घट मेहनत का नहीं। और अखबार नहीं गर्मी पहली बहुत है, पिछ बैठने आसे पासे ला के धुनी बचा ले। मेहनत तो हैगी है, लकड़ा भी इकट्ठियां करनिया, अग भी बारी है, शरीर भी तपाउंदे ने, दुखी भी होंदे ने, मेहनत बहुत है। ठंड पहले ही बहुत है, 100 घड़ा पिंडे से सिटना पानी का। मेहनत तो हैगी है ना, ये ठीक है भी है गल। ये इन्नी मेहनत फिर कम की रहेगी, क्योंकि ज्ञान नहीं, विवेक नहीं है, पता नहीं भी ठीक की है गलत की है, गलत नूं ठीक समझ के करी जा रहे। लोग चादर चढ़ा रहे हैं हत्थां ते, मेहनत तो हैगी भी है, पैसा भी खर्चते हैं, खर्च खेचला तो पूरी हुई है, पर ज्ञान तो बिना चढ़ी जाते। पत्थर से दुध डोलिया जा रहे हैं, 50 रुपए लीटर वाला दुध तुहानूं डोल के आउंदे है तो खर्चा ही, पर ज्ञान इस करके स्टैप बाय स्टैप है। गुरु ने समझाया पहला धर्म खंड, फिर ज्ञान खंड, ते फिर शर्म खंड, फिर कर्म खंड। पहला पता होवे असीं धर्म कमाउण आए हां, फिर ज्ञान होवे, फिर वो ज्ञान को प्रैक्टिकली लागू करने ते मेहनत होनी है, फिर चौथा है बख्शिश। फिर बख्शिश का कपड़े बख्शिश तो हुण बख्शिश नूं कई बंदियां ने बहाना बना रखे, मैनूं माफ करियो, कृपा नूं बहाना बनाओ। हम लोग कोई बंदा शराबी पैग लाउंदा, जो उन्होंने कहिए भी छड़ दे तो कितनी माड़ी है, कहता मैं छड़ दूं जो गुरु कृपा करू। गुरु हुण आके तेरी बोतल ते ठेडा मारे, बोतल भन्ने गुरु जाके तेरी हुण करेगी। वो गुरु ने कृपा करता दित्ती, झूठा मत मूल ना बीजे जेका पार वसाए। गुरु ने दसता दिता भी नहीं पीनी। गुरु होर कृपा किहड़े रूप च भालदे असीं, ये कृपा नहीं गुरु ने दसता सानूं, गुरु ने दसता, गुरु ने कृपा करती। मींह तो पै गया ते भांडे मुद्दा हो गए, मींह पै गया भांडा मुद्दा, फिर हुण की करेगा। इसलिए गुरु ने बख्शिश का करती, उस बख्शिश को संभालना। नोट करो ज्ञान हर विषय ते है। बहुत सारे बंदे बहाना पढ़ ला मेरी कुर्बानी, गुरु कृपा करू। गुरु ने किड्डी कृपा की। महाराज गुरु अर्जन साहब सच्चे पातशाह ने दरबार साहब की थां ते तत्ती तवी ते चौंकड़ा ला लिया। एक गल कोई छोटी नहीं, गुरु ग्रंथ साहब की पवित्रता को कायम रखने नहीं लाया। बाकी छोटे छोटे बहाने आ, चंदू का दुश्मनी पै गई थी, दूजा नक्सबंदियां ने, वो सारियां वो छोटियां गल्लां सारियां जिन्नियां आपां सुनदे हां। वड्डी गल ये सी जदों गुरु ग्रंथ साहब महाराज जी की संपादना हुई, उदों तरफ के अग लग गई सारियां दे पुजारियां दे कि ये ऐसा एक ज्ञान का टीका तैयार हो गया, जिहदे लग गया वो साडे चक्कर च फसना ही नहीं। इन्हूं पता लग गया। इसलिए गुरु सवारियो, गुरु बख्शिश कर दे। बेनती कर रहा सी सर्व खंड तो बाद फिर है बख्शिश का खंड, कर्म खंड। ते कर्म खंड विच की है? कर्म खंड की बाणी जोर जोर बल। कर्म खंड की ये बनावट है कि इत्थे बल बहुत है, परमात्मा की बख्शिश नाल बल नहीं है। ये बल किहड़ा? एक तो बाहरी बल शरीर वाला आपां कहंदे, एक बल अंदर चाहिए अंदर नूं। ये बल बड़ी बारी मंगे। आवर पंच, वो पंज ने जिहड़े उन्हां नाल लड़न वास्ते भी आवर पंच हम एक जना, वो तो पंज ने। कदे काम आके अंदर नूं देखो ना अपने नूं, कदे काम आके दब लैंदा, कदे क्रोध दुखी करता, लोभ मोह हंकार, वो पंज ते मैं एक। किवें बचावां अपने घर बार नूं, शुभ गुणां नूं मैं किवें बचा के रखां? इसलिए बल चाहिए। ताही तो गुरु ने उन्होंने महान सूरमा कहा
जिन्हें पंजां नूं वस विच कर लिया। जिन मिल मारे पंज सूरबीर ऐसो कौन बलीर। एक तो सौखे इन्हों बात करना ना सौखा काम। महाराज ने संस्कृति बाणी एक एक बारे लिखा परम समानी मोह मोह अजित दसी हे अजित सूर संग्रामम। एक दी गल कर लेने चलो पंजा दी नहीं। अजित अजित समझ गए कि ना जितया जा मोह अजित है ही जोर चाहिए मन च मोह नूं मराउणा किते सौखा है। मोह ने वड्डे वड्डियां नूं मराता। जदों हकीम मिर्जा अल्लाह याद खान जोगी गुरु गोबिंद सिंह पातशाह की गल करते हैं, मैं इशारा देंगा सिर्फ मोह दे उत्ते बस। वो कहना सच्चे पातशाह दुनिया की तबरीक की गल करता है, मोह ने वड्डे वड्डियां नूं मराया। पानी चों पहला पढ़ो हे अजित सूर संग्रामम। अत बलना बहुत बली है, बहुत मर्द ने बड़े बड़े बलियां मल के रखता। गण गंधारक देव मानुखियम पशु पंखी विमोहन है। देवते रागी सब मनुख पशु पंछियों तक मोह फैलिया। हर करण हारम नमस्कारम शरण नानक जगदीश्वरा। जग के मालिक परमात्मा की शरण में आके बचया जा सकता। मोह ऐसी चीज है। मैं योगी अल्लाह याद खान दी दो चार लाइनें कहना बहुतियां दी। ਉਹਦੇ ਚੋਂ कहते गुरु गोबिंद सिंह की जो गल करते कहता सच्चे पातशाह दुनिया दी कुछ उदाहरण दी। मोह मोह कितनी बड़ी चीज है। मैं बेनती कर रही हूं बख्शिश तो बिना नहीं कंट्रोल चाहते पंजे। आप एक दी गल कर रहे हैं इस्लाम दे विच याकूब ते यूसुफ होए। पवित्र कुरान दे विच सूरा यूसुफ है, ਉਹਦੇ विच जिक्र है याकूब प्यो है, यूसुफ पुत है। पुत दे विछोड़े विच प्यो रो रो के अन्ना हो गया सी। मोह ऐसी चीज। दूजी घटना तुहानूं सारिआं नूं याद है जदों रामचंद्र जी ने घर छड्डिया। हालांकि परिवार के दो मैंबर नाल ने, फर्क बहुत होंदा है। एक कल्ले ने बंदे ने आना, दो नाल घर पत्नी नाल है, भरा भी नाल सीगा। 14 साल बाद वापस मुड़न की उम्मीद है। वापरता किते भी कुछ सकता है पर एक उम्मीद ना होंदी। उम्मीद है जी पर उन्होंने पिता कोई गल नहीं चली जा रही। दशरथ छाल मार। मैदाने जंग में श्री कृष्ण जी का अपना पुत कोई नहीं। अर्जन बहुत बड़ा निशान सी उसका निशाना कर नहीं खुजदा। अभिमन्यु की मौत होती है तो हथों चो हथियार डिग पैंदे। हजरत मुहम्मद साहब की एक बेगम हुई है मरियम। ਉਹਦਾ 6 महीने का बच्चा जो चढ़ाई किया इस्लाम के बानी की दाढ़ी हथों भिज गई सी। नैपोलीयन तो बहुत पईआं उदाहरण। नैपोलीयन नूं बड़ा बड़ा बहादुर कहते हैं। जो मैदाने जंग च एक जरनैल चढ़ाई करके रोन लग गया नैपोलीयन। मोह बड़ी चीज। आप लेटेस्ट कहां हुण आपां इत्थे सिस्टम के सताए हुए अपने भैन भरा फॉरन जा रहे, अरदासां भी करते हैं, जोगनियां भी करते हैं, आईलैट्स तो फिर बैंड आते हैं, चंगे वीजा लगता सब कुछ। तो मैं अखी वेखिया एयरपोर्ट से जो अपने बच्चे को चढ़ाउण जाते गलवकड़ी च लैके मां प्यो रोन लगे पे होंगे। हालांकि जंग नहीं चलिया। जिथे किते स्टे हो उत्थे नाल दी नाल वाईफाई नाल करके अटैच फोन वीडियो कॉल लाऊगा। उत्थे जे रस्ते किते स्टे आई उत्थों ही फोन कर दो पहुंच गया इत्थे तक। मैं वीडियो कॉल भी हो जाती है अजकल। पैसे भी भेजू नाले कमाई करनी चलिया तो फाहे नहीं तो टंगना। पर मोह ऐसी चीज है भी आप ही अरदासा करके तोरिया तुरन लगे मापे रोके। तो मैनू कई बार फिर रस्ते च मिलते हैं नौजवान भी किमें लगता। और बच्चों भी ऐसा मोह होता है। वो कहते मेरी मम्मी का जी नहीं लगना, मेरी माता का जी नहीं लगना। बहुत मुश्किल। और गुरु स्वाते तो वखरी गल है। सिस्टम के सताए कई बार तो यहो जी घटनावां वापरदी कि बेचारे उत्थे पहुँचते हैं पिछों रब ना करे कोई यहो जी वापरे डैथ हो जाती है। मां की डैथ बहुत सारे मैं यहो स्टूडेंटा मिले रो के दसे कि मैं यह जहा नभागा बंदा मां के भोग से नहीं जा सकता। यहो कुछ खैर मोह ऐसी चीज है जी। मोह मोह जितना सौखा नहीं। पर वो गुरु गोबिंद सिंह की गल करता फिर कहता याकूब को यूसुफ के बिछड़ने ने रुलाया।
साबर कोई कम है ऐसा रसूलों में आया, कटवा के पिसर चारे एक आंसू ना गिराया। रुतबा गुरु गोविंद ने ऋषियों का बढ़ाया, डांडक में फिरे राम तो सीता थी बगल में, वो फखर जहां हिंद की माता थी बगल में। लक्ष्मण शाह बिरादर पे तस्कीन जिगर था, सीता सी पति व्रत से बन राम को कर था। बाकी है कन्हैया, समझ गए कृष्ण, बाकी है कन्हैया तो नहीं उनका पिसर था। सच है गुरु गोविंद का रुतबा ही दिगर था। दिगर कहते वखरा, कहना गुरु गोबिंद सिंह महाराज का रुतबा ही वखरा है। कोई उदाहरण नहीं दी जा सकती कि फलाना गुरु गोबिंद सिंह वर्गा हो या गुरु गोबिंद सिंह फलाने वर्गे हो। बोले सोनिहाल। एक मुस्लिम लिखारी ने होर खड़ी गल लिख दी, कटवा दिए शिष सामने, समझ गए, कटवा दिए शिष सामने, गीता को सुनाकर रूह फूक दी गोविंद ने औलाद कटाकर। दुनिया में कोई खास नहीं, एहसास नहीं। मैं गल सिर्फ मोह की कर कितनी वड्डी गल, साडा प्यो मोह तो रैत, असी उहदे बच्चे ते सतगुर साहब जिहड़ी बख्शिश करते हैं, इत्थे आओ आपां उत्थे सुरत हाज़र रखिए। कहते ने कर्म खंड की बाणी जोर, ये बख्शिश की अवस्था में की है, बड़ा जोर है, ऐसा जोर है जिहड़ा विषय विकारां ते कंट्रोल हो। ले गुरु की गल नहीं, सिख भी इवें दे होए, कितना बड़ा कंट्रोल है। मेरे नौजवान भैणां ते वीर बैठे हैं, मैं जरूर एक मिनट सांझ पाउणा, एहसास करके देखो, जदों कौम का महान जरनैल सरदार हरि सिंह, ये जोर है जी, आत्मिक जोर। ਆਪਾਂ ਤਾਂ ਕੱਲੀ ਵਾਰੀ ਜ਼ੋਰ ਦੀ ਗੱਲ ਕਰਦੇ ਹਾਂ। ਸਰਦਾਰ ਨਲੂਆ ਉਹ ਤੁਹਾਡੀ ਕੌਮ ਦਾ ਮਹਾਨ ਹੀਰਾ। ਨੌਜਵਾਨ ਵੀਰੋ ਆਪਣੇ ਅਸਲੀ ਹੀਰੋਆਂ ਨੂੰ ਪਛਾਣੋ। ਸ਼ੇਰ ਦੇ ਜਵਾੜੇ 'ਚ ਹੱਥ ਪਾ ਕੇ ਜੇ ਜੀਭ ਤੋਂ ਫੜ ਕੇ ਕਦੇ ਮਾਰਿਆ ਨਾ ਸ਼ੇਰ ਨੂੰ, ਉਹ ਤੁਹਾਡੀ ਕੌਮ ਦੇ ਹੀਰੇ ਨੇ ਮਾਰਿਆ, ਸਰਦਾਰ ਹਰੀ ਸਿੰਘ ਨਲੂਆ। 996 ਪੌਂਡ ਪਰ ਸਕੁਅਰ ਇੰਚ ਸ਼ੇਰ ਦੇ ਜਵਾੜੇ ਦਾ ਪ੍ਰੈਸ਼ਰ ਹੁੰਦਾ, ਜਿਹੜਾ ਮੇਰੇ ਪੜਨ ਚ ਬਾਹੂਬਲੀ ਇੰਨਾ, ਤੇ ਅੰਦਰੋਂ ਵੀ ਇੰਨਾ ਜ਼ੋਰ ਹੈ, ਆਤਮਿਕ ਜ਼ੋਰ, ਆਤਮਿਕ ਜ਼ੋਰ ਹੈ। ਆਤਮਿਕ ਜ਼ੋਰ ਦੇ ਵਰੀਏ ਫਿਰ ਜਵਾਬ ਦਿੱਤੇ ਜਾਂਦੇ ਆ ਠੋਕਵੇਂ। ਪਤਾ ਕਿਵੇਂ? ਇਸ਼ਾਰੇ 'ਚ ਗੱਲ ਕਰਦਾ ਸੰਗੀ। ਅਫਗਾਨ ਔਰਤ ਬੀਬੀ ਬਾਨੋ 19 ਸਾਲਾ ਨੌਜਵਾਨ ਲੜਕੀ ਕਿਸੇ ਪਾਸੇ ਜਾ ਰਹੀ ਹੈ, ਨਾਲ ਉਹਦੇ ਉਹਨੂੰ ਜਿਹੜਾ ਮੰਗੇਤਰ ਸੀ, ਨਾਲ ਉਹਦੇ ਦੋ ਜਣੇ ਤੁਰੇ ਜਾਂਦੇ, ਵੱਡੀਆਂ ਵੱਡੀਆਂ ਗੱਲਾਂ ਕਰਦਾ ਹੀ ਹੈ ਬੰਦਾ, ਫਿਰ ਵੀ ਮੈਂ ਤਾਂ ਜਾਨ ਵਾਰੂ ਤੇਰੇ ਤੋਂ ਮੈਂ ਰਹਿ ਨਹੀਂ ਸਕਦਾ, ਜਿਵੇਂ ਹੁੰਦੀਆਂ। ਰਸਤੇ ਵਿੱਚ ਆ ਕੇ ਗੁੰਡਿਆਂ ਨੇ ਘੇਰ, ਉਹ ਤਾਂ ਬੰਦਾ ਕੰਬਣ ਲੱਗ ਗਿਆ, ਇਹਨੇ ਵੱਡੀਆਂ ਵੱਡੀਆਂ ਗੱਲਾਂ ਕਰਦਾ। ਉਹ ਬਦਮਾਸ਼ ਇਸ ਬੀਬੀ ਨੂੰ ਠੋਕਣ ਲੱਗੇ, ਇਹਨੇ ਆਪਣੀਆਂ ਚੀਕਾਂ ਮਾਰੀਆਂ, ਜਿਵੇਂ ਕਲਕਾਰੀਆਂ ਬਣਾਉਣਾ ਤਾਂ ਪਾਉਣਾ ਹੀ। ਇਹ ਕਲਕਾਰੀਆਂ ਗੁਰੂ ਕੇ ਸਿੱਖਾਂ ਦੇ ਕੰਨੀ ਪੈ ਗਈਆਂ। ਸਿੱਖਾਂ ਨੇ ਉਸੇ ਵਕਤ ਬੋਲੇ ਸੋ ਨਿਹਾਲ ਦਾ ਜਕਾਰਾ। ਉਹ ਸਿੱਖ ਅਜੇ ਇਸ ਘਟਨਾ ਵਾਲੀ ਥਾਂ ਤੇ ਸਿੱਖ ਨਹੀਂ ਪਹੁੰਚੇ। ਕੀ ਪਹੁੰਚਿਆ? ਬੋਲੋ ਜੀ, ਜਕਾਰਾ। ਇਹ ਜਕਾਰਾ ਬੀਬੀ ਨੂੰ ਹੌਸਲਾ ਦੇ ਗਿਆ ਤੇ ਜ਼ਾਲਮਾਂ ਨੂੰ ਭਾਜੜ ਪਾ ਗਿਆ। ਉਹ ਤਾਂ ਭੱਜ ਗਈ ਵੀ ਸਿੱਖ ਨੇ ਇੱਥੇ ਤਾਂ ਨੇੜੇ ਬਈ। ਜਦੋਂ ਭੱਜੇ, ਇਹ ਬੀਬੀ ਬਾਨੋ ਸਿੱਖਾਂ ਦੀ ਜ਼ੁਬਾਨ ਤੋਂ ਬੜੀ ਪ੍ਰਭਾਵਿਤ ਹੋਈ ਵੀ ਉਹਨਾਂ ਦੀ ਆਵਾਜ਼ ਸੁਣ ਕੇ ਮੁੰਡੇ ਭੱਜ ਕੇ। ਇੱਕ ਮੇਰੇ ਨਾਲ ਆ ਤੁਰਿਆ ਫਿਰਦਾ ਘੁੱਗੂ, ਇੱਕ ਆ ਦੇਖ ਲੈ, ਇਹ ਕੰਬੀ ਜਾਂਦਾ ਸੀ। ਰੌਲਾ ਬੁਲਾਦਾ ਨੇ ਕੀ ਪਾਉਣਾ, ਕੀ ਮੈਨੂੰ ਸੁਣਾਉਣਾ ਹੈ। ਹੁਣ ਉਹ ਚਲੇ ਗਏ, ਹੁਣ ਮੇਰੇ ਸਿੱਧਾ ਉੱਡ ਤੁਰ ਪਿਆ। ਇੱਕ ਹੋਰ ਨੇ, ਮੈਂ ਗੱਲ ਨੇੜੇ ਰੱਖਾਂ, ਉਹ ਕੌਮ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਏ ਕੋਲ 38 ਸਾਲ ਦੀ ਉਮਰ ਸੀ ਲਗਭਗ ਨਲੂਏ ਦੀ ਉਮਰ। ਇਹ ਬੀਬੀ ਦੀ ਉਮਰ 19 ਸਾਲ। ਆ ਕੇ ਸਰਦਾਰ ਨਲੂਏ ਨੂੰ ਕਹਿੰਦੀ ਆ ਕਿ ਮੈਂ ਸੁਣਿਆ ਗੁਰੂ ਨਾਨਕ ਦੇ ਸਿੱਖ ਦੇ ਘਰੋਂ ਕੋਈ ਖਾਲੀ ਨਹੀਂ ਪੜਦਾ। ਸਰਦਾਰ ਨਲੂਆ ਉੱਚੇ ਸੁੱਚੇ ਵਿਚਾਰਾਂ ਦਾ ਮਾਲਕ ਕਹਿੰਦਾ ਬਿਲਕੁਲ ਠੀਕ ਸੁਣਿਆ। ਕਹਿੰਦੀ ਮੇਰੀ ਇੱਕ ਮੰਗ ਹੈ, ਪੂਰੀ ਕਰੋਗੇ? ਦੱਸੋ ਜੀ। ਮੈਂ ਚਾਹੁੰਦੀ ਹਾਂ ਮੇਰੀ ਕੁੱਖੋਂ ਤੇਰੇ ਵਰਗਾ ਜਰਨੈਲ ਪੈਦਾ ਹੋਵੇ। ਇਹਦੇ ਮਤਲਬ ਆਪਾਂ ਸਾਰੇ ਸਮਝ ਕੇ ਪੜ੍ਹੇ ਲਿਖੇ। ਸਰਦਾਰ ਹਰੀ ਸਿੰਘ ਨਲੂਆ ਗੁਰਬਾਣੀ ਨਾਲ ਭਿੱਜੀ ਰੂਹ, ਕਹਿੰਦਾ ਮੇਰੇ ਆਨੰਦ ਕਾਰਜ ਪਹਿਲਾਂ ਹੋ ਚੁੱਕੇ। ਮੇਰੇ ਗੁਰੂ ਨੇ ਮੈਨੂੰ ਜਿਹੜੀ ਗਿਆਨ ਦਿੱਤਾ ਹੈ ਉਹਦੇ ਮੁਤਾਬਕ
मैं आनंद कारज करवा चुका। ये जवाब सुन के 19 साल की नौजवान लड़की एक मेला जा दे के नलूए को तुर पई। कहती सुनिया सी गुरु नानक के सिख के घरों को खाली नहीं मुड़ता, मैं अज खाली चली। जदों मेला दे के तुरी, कौम का महान जरनैल के पीछे तुर गया। कहता रोक, तू अज भी गुरु नानक के सिख के घरों खाली नहीं जाएगी। खुश हो गई, मेरी गल्लां च तेनू मेरे वर्गा पुत चाहिए। जी हाँ, जेड़ा तेरी को जन्म लो पता नहीं मेरे वर्गा हो जा ना हो। मान नाल छाती चौड़ी हो जानी चाहिए है। 38 साल नलूआ 19 साल की नौजवान लड़की की चुन्नी ਉਹਦੇ सिर ते धर के कहता जे मेरे वर्गा पुत चाहिए अज तो मैं तेरा पुत ते तू मेरी मां है। ਅਸੀਂ ਉਹਨਾਂ ਦੇ ਵਾਰਸ ਬੈਠੇ ਆ ਸਾਡਾ ਤੇ ਇਸ ਸਾਖੀ ਦੇ ਸਾਹਮਣੇ ਆਪਣੇ ਆਪ ਨੂੰ ਖੜਾ ਕੇ ਵੇਖੀਏ ਪਰ ਕਿੱਥੇ ਖੜੀ ਹੈ। हिस्ट्री पढ़ के देखो, जो सरदार नलूआ इस बीबी को मिलता से मां अद्धी उम्र की अपनी गुरु की बख्शिश तो बिना संभव नहीं। आम बंदा तेन यकीन ही नहीं लेके करता बुरा होना एहसास कर। ये जोर है, आ जोर की गल की है पानी च, आ जोर चाहिए बड़े बड़े लालचन ठोकरा मारने वाला ये जोर, ये बख्शिश तो बिना नहीं तो बंदे कहते पौधे बिक जाते बदल जाते हैं, बोली बदल देंगे, कोई पता नहीं कदों किड़ा किने किवें किथे डिग गया। इसीलिए तो अजू सुनाओ समुद्र में कर्म खंड की बाणी जोर समझ गए। जोर केड़ा है, अंदरूनी जोर दी गल जेड़ा विषय विकारां नूं कंट्रोल च करदा। तिथे होर ना कोई होर, जो बख्शिश के खंड में चले गए, बख्शिश की अवस्था परमात्मा की रहमत हुई, फिर उदों बिना होर कोई नहीं दिखता। बस एक दे उत्ते ही कीता है। ताही तो फिर उस स्पिरिट है भाई तिथे होर ना कोई होर। जिन्हें महापुरुष मैच दिने भगत नामदेव सर महाराज जी के प्रकाश पुरब की गल करके फिर होर ना कोई फिरोज तुगलक मुल्क का बादशाह है, मुल्क का बादशाह कहता की सी पता रौला की सी ਉਹਦਾ? ਉਹ ਕਹਿੰਦਾ ਸੀ ਵੀ ਤੁਸੀਂ खुदा खुदा कहो राम ना कहो। बड़ी बरीकी वाली गल है। भगत नामदेव जी का ਜਿਹੜਾ फिरोज तुगलक नाल रौला पिया कोई ऐ होर किसी गल का रौला नहीं सी। रौला सिर्फ इन्ना ही है, वो कहता भी तुसी जी राम ना कहो खुदा कहो। जे तुसी उपरों उपरों सुनोगे सच्ची ऐ नहीं लगता कि एडा बड़ा फिर स्टैंड लैंड की की लोड़ सी। खुदा लफ्ज़ माड़ा थोड़ा, खुद दा मालिक खुदा। पर भगत नामदेव जी इत्थे इन्ना बड़ा स्टैंड ले गए, कहते मैं नहीं कहता। इत्थों तक उन्होंने परिवारक मैंबर भी औखे हुए होते। रुदन करे नामे की माई, भगत नामदेव की मां की मुड़ा छोड़ राम की ना भजै खुदा। तू राम कह के पुत खुदा कहला है, रब का तो नाम लैने तेन कही रहा ना हो खुदा लफ्ज़ केड़ा माड़ा। पर जो मां ये कह रही है कि तू हुण खुदा कह दे राम छड़ के, तब भगत नामदेव जी का स्टैंड की है, ना हो तेरा पुंगड़ा ना तू मेरी मां। सच बेलिहाज होंदा है। ऐ मां जे मैनू तू रोकदी है ना, जे तू मैनू अज मेरे मुंह खुदा खावेगी, मैं तेरे नालों नाता तोड़ नहीं समझ आ रही है। असल विच भगत नामदेव जी महाराज नूं इस गल का एहसास है कि ये मैनू खुदा नहीं कहना चाहता। सच जे खुदा की गल राम भी तो रमिया होया राम ही है, जे रब नाल प्यार है भी इतराज है। ये असल विच खुदा की आड़ मैनू अपने अधीन करना चाहता है कि मेरी गल मान। जे तू ऐ अपनी धौंस दिखा के राजे पुणे की मैनू खुदा खाना चाहे, मैं खुदा भी नहीं कहता। मैं नहीं खुदा नूं तां वरत रहे। जिवें अज दे आ कई पखंडी डेरेदार की करते हैं, वो गुरबाणी के शब्दों को वरतते हैं ते साडे भैन भरा कहते बाणी तो वही पढ़ते हैं, वो बाणी नूं तां चोगे की थां ते वरत रहे हैं।
तुहानूं फसाउण वास्ते। जिवें मछेरा कुंडी दे आटा ला के पानी सिट दिंदा, वो खवाउण वास्ते नहीं, आटा दिखाउण वास्ते है, फसाउणा दा कुंडी। जे बाणी वही पढ़ते हैं फिर वही मर्यादा भी अपना लें, रोक के हैं होंगे। इसलिए आटे की तां वरत के ये देहधारी मछेरे गुरु की बाणी नूं आटे की तां वरत के सिख रूपी मच्छियों अपनी कुंडियां च फसाउंदे, इतना समझ। इस करके भगत नामदेव सिंह का स्टैंड समझ आया सानूं कि खुदा भी नहीं आ तिथे होर ना कोई होर किसी की परवाह है। कितनी बड़ी टक्कर है। तिथे जोध महाबलसु इस बख्शिश के खंड में इस अवस्था से जिहड़े अपरते ने वो असल जोधे ने, महाबली ने, सूरमे। तिन में राम रहिया भरपूर, उन्हां विच राम जिहड़ा भरपूर होंदा, रोम रोम करके बसिया होंदा। तिथे सीतो सीता महिमा, उन्हां दा जिहड़ा मन है परमात्मा की महिमा के नाल ही सिउंता, महिमा ही महिमा, वडियाई ही वडियाई। ताकि रूप ना कथने, उन्होंने मन के रूप की हालत, उन्होंने अवस्था बारे कथन नहीं किया जा सकता। ना वो मरे ना ठागे। जिहड़े कर्म खंड में परमात्मा की बख्शिश विच है ना, वो मरते नहीं, ठगे नहीं जाते। क्यों नहीं भला? जिन कै किहड़े नहीं ठगे जाते? जिन कै राम वसै मन माही। इनू थोड़ा जिहा समझो, राम वसै, जिन्हां दे अंदर राम वसदा है, जिन्हां दे मन विच राम वस गया, वो ठगे नहीं जाते ते मरते नहीं। राम की है? राम लफ्ज़ जदों आउंदा है, कई साडे बंदे गुरु ग्रंथ साहिब की बाणी नूं होर तरीके नाल वरतदे हैं। कोई राम किन्ने वधिया है? राम भी दो है, एक राम दशरथ का बेटा, एक दो राम। ਉਹਦੇ बारे तक है, पांडे तुमरा रामचंद सो भी आवत देखा था, रावण से ती सरवर हुई, घर की जोए गवाई थी। रोवे राम निकाला पाया कि असी उस राम के पुजारी हैं? बिल्कुल नहीं। एक राम है, राम 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 रब रहा सर्वगे। राम परमात्मा का किरतम नाम है। परमात्मा के बहुत सारे गुणों चों उसका एक गुण है कि वह सारे रमिया हुआ। हुण जिन्हां दे मन च राम वसदा है, हुण राम तो सारियां च वसदा है। फर्क की है? भाव जिन्हां नूं इस गल की सोची है कि परमात्मा राम है, बई वो सारे रमिया है, वो सारे पासे सानूं वेखदा सुणदा है, रमिया हुआ है। जिन्हों इस गल का एहसास है, वो कदे भी जमीर की मौत नहीं मरता, कदे भी विषय विकारां वालों ठगिया नहीं जाता। फिर समझो, ना वो मरे ना ठागे जाहे। जिनके राम वसै मन माहे, जिन्हां दे मन विच ये विचार आ गई ना, वो राम है, रमिया हुआ, मैनूं सारे पासे वेखदा है, ना तो वो जमीर की मौत मरदे है, ना वो विषय विकारां वालों ठगे जाते। शरीरक मौत तो होनी हुई है, सब नूं आउंदी है, इसदी कोई खास गल नहीं। इसलिए तिथे भगत वसे के लोग, कई लोगों के भगत इस अवस्था पर अपने इत्थे गुरु ने सानूं हौसला दिता है बई बख्शिश की अवस्था तक बहुत लोग उपड़ते हैं कि तू सामने इतनी असीं नहीं पहुँच सकते। करें आनंद सच्चा मन सोई, वो हमेशा आनंद में जीवन बतीत करते हैं क्योंकि उन्होंने मन में सच्चा वसिया परमात्मा। सचखंड वसै निरंकार, आखिरी अर्थ यही सचखंड में निरंकार वसै, सचखंड वसै। और जदों असीं शुरुआत करते हैं धर्म खंड को, ज्ञान खंड विच दी हुंदे होए शर्म खंड ते कर्म खंड तक पहुँचते हैं, उहदी बख्शिश दे नाल सचखंड पहुँचते। निरंकार का रूप हो गए, नामे नारायण नाही भेद, राम कबीरा एक भय है, कोई ना सके पछाने। सचखंड मर के नहीं आना, जिउंदे जी ना। सुरत ने सचखंड पहुंचने, सुरत ने सच च भेद हो गई, बस सचखंड पहुंच गई। मरण तो बाद नहीं सचखंड, सचखंड जिउंदे जी। इसलिए सचखंड वसै निरंकार, कर कर वेखै नदर। वो अकाल पुरख वाहिगुरू आप ही अपनी सृष्टि नूं पैदा करता है, कर करके वेख रहा है ते हमेशा नदर करने वाला है, निहाल करने वाला।
तिथै खंड मंडल वल पंड। इस अवस्था विच ये समझ आती है कि परमात्मा के बेअंत ब्रह्मंड ने, खंड ने, मंडल ने, उहदा सारा बेसुमार। जे को कथा तो अंत ना। परमात्मा के पसारे का कथन पूर्ण तौर पर नहीं हो सकता, अंत पारावार नहीं पैंदा। तिथै लो लो आकार, ये सारी समझ आती है कि बेअंत लोग आकार सब उसे ने पैदा किए है। जिव जिव हुक्म तिवै तिव कार, जिवें उहदा हुक्म हुंदा है उवें सारी कार चलती है। सारा कार उहदे हुक्म च ते वेखै विरसै कर विच। परमात्मा अपने किते हुए जिहड़ी रचना है उन्होंने वेख के विरसदा, खेड़े च हुंदा है, अपने अपनी रचना की विचार कर करके खुश हो। नानक कथना करड़ा सा। नानक जी फरमा रहे ने कि इस अवस्था को जिहड़ा कथन करना है एक करड़ा सा, बड़ा औखा काम नहीं कथे जा सकदा। इसलिए असी गुरु अगे जोदड़ी करनी है। धर्म खंड को ज्ञान खंड, फिर शर्म खंड, कर्म खंड विचों दी हुंदे हुए कर्म खंड ते सचखंड तो फिर फर्क है नहीं। बख्शिश के नाम की मिला इत्थे तक असी पढ़ना चाहते जी। इस समाप्ति वाली पौड़ी है, जत पहारा धीरज सुनियार, पहरण मत वेद हथियार, भौ खला अगन तपताओ, भांडा भाओ अमृत तित ढाल, घड़िए शब्द सच्ची टकसाल, जिनको नदर करम तिनकार, नानक नदरी नदर निहाल। बड़ी सतगुर ने बख्शिश की इस पावन पौड़ी दे विच सुनियारे बड़ी उदाहरण वरती। पहारा दुकान नूं कहंदे, समझिए मेरे ख्याल सारे अर्थ तो ही जानते हैं। जत पहारा, जत जत रखना शरीर नूं, शरीर के तल ते भी जत ते मन के तल ते भी जत, विषय विकारां तो बचा के रखना। जत की दुकान होवे भाई, शरीर ते मन विषय विकारां तो बचिया। धीरज सुनियार, सुनियार किहनूं बनाउणा है? धीरज नूं। भाव की है भाई, धर्म कमाउणा है जे तां धीरज चाहिए, सुनियारे वर्गा धीरज। लोहार वाली सच नहीं, सुनियार वाली सच। धीरज ठरमे ना लग्या रहिंदा, टिक 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 ठरमे ना। इहदे धर्म वाले पासे भी बड़े ठरमे ना, सबर संतोख ना। सबर फरीदा सबर यह सुआओ, जे तू बंदा दृढ़ करें बद थी मैं दरियाओ, टुटना थी मैं वहां। सच मिला संतोखियां हर जप एक है भाई। संतोख की बड़ी वड्डी गल। इसलिए जत पहाड़ धीरज सुनिया, अहरण मत। अहरण किहनूं बनाउणा है? मत नूं। वेद हथियार, वेद इत्थे ज्ञान हो गया। ये मत रूपी अहरण के उत्ते हथियार जिहड़ा थोड़ा जिहा चलाउणा ज्ञान का, ज्ञान का थोड़ा बार बार मत ते बजे तां मत सिद्धी हुंदी है। समझ आए? मत चिपी हुई, मत च चिप पए है विषय विकारां दे, वासनावां दे, मैं मेरी दे, पदार्थवाद दे। ये चिप किवें निकलदे हैं? ये ज्ञान के थोड़े नाल निकलदे च। अहरण मत वेद हथियार, भौ खला, खला भौकनी जिहदे राही सुनियारा अग नूं पकाउणा। भौ नूं खला, भौ डर, भौ दा अर्थ डर है। ये डर किहड़ा? निर्मल भौ पाया हर गुण गाया, हर वेख्या राम हदूरे। क्यों प्यारा परमात्मा मैनूं हर वक्त वेखे, जिन्होंने निर्मल भौ कहते। ये भौ पैदा होना बहुत जरूरी है, ध्यान रखियो। एक डर साडे अंदर पैदा होना चाहिए। ये डर किहड़ा? निर्मल भौ। जे ये डर पैदा हो गया तो दुनियादारी के सारे डर निकल गए।
डड्डा डर उपजे डर जाई, तो डर मैं डर रहा समाई। इसलिए भौ खला अग्न तप ताओ, तप ताओ भाल कमाई दी अग हो। भांडा भाओ प्रेम दी कुफाली, अमृत तित ढाल। ਇਹਦੇ ਵਿੱਚ ਢਾਲਣਾ ਕੀ ਹੈ? ਨਾਮ। ਘੜੀ ਹੈ ਸ਼ਬਦ ਸੱਚੀ ਟਕਸਾਲ। ਐਸੀ ਸੱਚੀ ਅਖਰੀ ਅਰਥ ਨੇ ਸੱਚੀ ਟਕਸਾਲ ਦੇ ਵਿੱਚ ਸ਼ਬਦ ਘੜੇ, ਸ਼ਬਦ ਗੁਰੂ, ਸ਼ਬਦ ਐਡੀ ਉੱਚੀ ਸੁੱਚੀ ਸੁਰਤ ਵਿੱਚ ਹੀ ਘੜੇ। ਔਰ ਨਾਲ ਇਹ ਵੀ ਪ੍ਰੋਫੈਸਰ ਸਾਹਿਬ ਸੁਮਰਾ ਨੇ ਲਿਖਿਆ ਕਿ ਸੁਰਤ ਸ਼ਬਦ ਦੇ ਆਸਰੇ, ਸ਼ਬਦ ਦੇ ਆਸਰੇ ਹੀ ਇਸ ਅਵਸਥਾ ਤੱਕ ਅਪੜਿਆ ਜਾਂਦਾ। ਸ਼ਬਦ ਗੁਰੂ ਨਾਲ ਸੁਰਤ ਨੂੰ ਜੋੜਾਂਗੇ, ਫਿਰ ਅਸਲ ਅਰਥਾਂ 'ਚ ਦੁਕਾਨ ਖੁੱਲ੍ਹਦੀ। ਇਸ ਤਰ੍ਹਾਂ ਭਾਵੇਂ ਸ਼ੁਭ ਗੁਣ ਨੇ ਅਸਲ 'ਚ, ਉਹ ਤਾਂ ਇੱਕ ਤਰੀਕਾ ਹੈ ਗੁਰੂ ਦਾ ਗੱਲ ਕਰ। ਅੰਦਰ ਜਤ ਵੀ ਹੋਵੇ, ਧੀਰਜ ਵੀ ਹੋਵੇ, ਮਤ ਵੀ ਸ਼ੁਭ ਹੋਵੇ, ਗਿਆਨ ਵੀ ਹੋਵੇ, ਨਿਰਮਲ ਭਾਵ ਵੀ ਹੋਵੇ, ਘਾਲ ਕਮਾਈ ਵੀ ਹੋਵੇ, ਨਾਮ ਹੋਵੇ, ਸਭ ਕੁਝ ਇਕੱਠਾ ਹੁੰਦਾ ਹੈ ਜਦੋਂ ਸ਼ਬਦ ਗੁਰੂ ਨਾਲ ਜੁੜਦਾ, ਸੁਰਤ ਨੂੰ ਸ਼ਬਦ ਨਾਲ ਜੁੜਦਾ। ਘੜੀ ਹੈ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨ ਕਾ। ਜਿਨ੍ਹਾਂ ਉੱਤੇ ਵਾਹਿਗੁਰੂ ਦੀ ਨਦਰ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ, ਉਹ ਇਸ ਕਾਰੇ ਨਦਰ। ਨਾਨਕ ਨਦਰੀ ਨਦਰ। ਨਾਨਕ ਜੀ ਫਰਮਾਉਂਦੇ ਨੇ ਕਿ ਉਸ ਪਿਆਰੇ ਪ੍ਰਮਾਤਮਾ ਦੀ ਨਦਰ ਨਾਲ ਨਿਹਾਲ ਹੁੰਦੇ, ਉਹਦੀ ਬਖਸ਼ਿਸ਼ ਨਾਲ ਨਿਹਾਲ। ਸ਼ਲੋਕ ਦੂਜਾ ਸ਼ਲੋਕ ਆ ਗਿਆ ਤੇ ਆਪਣੀ ਪਹਿਲਾ ਸ਼ਲੋਕ ਆਰੰਭ ਵਿੱਚ ਸੀ ਆਦ ਸੱਚ, ਤੇ ਹੁਣ ਸਮਾਪਤੀ ਵਾਲਾ ਸ਼ਲੋਕ ਹੈ ਪਵਨ ਗੁਰੂ ਪਾਣੀ ਪਿਤਾ, ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ, ਦਿਵਸ ਰਾਤ ਦੁਇ ਦਾਈ ਦਾਇਆ, ਖਿਲੈ ਸਗਲ ਜਗਤ, ਖਿਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੇ ਧਰਮ ਹਦੂਰ, ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ, ਜਿਨੀ ਨਾਮ ਧਿਆਇਆ, ਗਏ ਮੁਸ਼ੱਕਤ ਕਾਲ, ਗਏ ਮੁਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ, ਕੀਤੀ ਛੁੱਟੀ ਨਾਲ। ਸ਼ਲੋਕ ਅਖਰੀ ਅਰਥ ਮੇਰਾ ਕੱਲ ਸਾਨੂੰ ਸਪਸ਼ਟ ਹੋਣਗੇ, ਕਿਉਂਕਿ ਬਹੁਤ ਜ਼ਿਆਦਾ ਜਿਹਨੂੰ ਗੁਰਬਾਣੀ ਦੀ ਕੋਈ ਪੰਕਤੀ ਵੀ ਨਹੀਂ ਨਾ ਹੁੰਦੀ, ਇਹ ਸ਼ਲੋਕ ਤਾਂ ਸਾਨੂੰ ਯਾਦ। ਪਵਨ ਗੁਰੂ, ਪਵਨ ਹਵਾ, ਹਵਾ ਨੂੰ ਗੁਰੂ ਕਿਉਂ ਕਿਹਾ? ਗੁਰੂ ਲਫ਼ਜ਼ ਵੈਸੇ ਗ੍ਰੀਕ ਧਾਤੂ ਤੋਂ ਬਣਿਆ। ਗੋ ਦਾ ਮਤਲਬ ਅੰਧੇਰਾ, ਰੂ ਦਾ ਮਤਲਬ ਪ੍ਰਕਾਸ਼, ਜਿਹੜਾ ਸਾਡੀ ਅਗਿਆਨਤਾ ਦੇ ਹਨੇਰੇ ਨੂੰ ਖਤਮ ਕਰਕੇ ਗਿਆਨ ਬਖਸ਼ਣ ਵਾਲਾ ਗੁਰੂ। ਪਵਨ ਨੂੰ ਗੁਰੂ ਕਿਵੇਂ ਕਿਹਾ? ਬਈ ਜਿਵੇਂ ਗੁਰੂ ਤੋਂ ਬਿਨਾਂ ਸਾਡੀ ਆਤਮਿਕ ਮੌਤ ਹੋ ਜਾਂਦੀ ਹੈ, ਹਵਾ ਤੋਂ ਬਿਨਾਂ ਸਰੀਰਕ ਮੌਤ ਹੋ ਜਾਂਦੀ ਹੈ। ਪਵਨ ਗੁਰੂ, ਸਤਿਗੁਰੂ ਨੇ ਸਾਨੂੰ ਕੁਦਰਤ ਪ੍ਰੇਮੀ ਬਣਾਇਆ। ਪਵਨ ਗੁਰੂ ਹੈ। ਆਪਾਂ ਪਵਨ ਗੁਰੂ ਦਾ ਪਾਠ ਕਰਦੇ ਹਾਂ ਤੇ ਪਵਨ ਗੁਰੂ ਦਾ ਗਿਆਨ ਬਖਸ਼ਣ ਵਾਲੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਉਂਦੇ ਪਵਨ ਨੂੰ ਕਈ ਵਾਰੀ ਪਟਾਕੇ ਚਲਾ ਕੇ ਗੰਦਾ ਕਰ ਰਹੇ ਹੁੰਦੇ, ਬੁਰਾ ਲੱਗਦਾ ਹੈ। ਬਈ ਪਵਨ ਗੁਰੂ ਜਿਹੜੇ ਸਾਡੇ ਸੈਂਟਰ ਨੇ ਦਰਬਾਰ ਸਾਹਿਬ, ਜਿੱਥੋਂ ਪਵਨ ਗੁਰੂ ਦਾ ਹੋਕਾ ਦੇਣਾ, ਉੱਥੇ ਵੀ ਆਤਿਸ਼ਬਾਜ਼ੀ ਕਰ ਰਹੇ ਆ। ਕਹਿੰਦੇ ਗੁਰੂ ਸਾਹਿਬ ਦੀ ਖੁਸ਼ੀ, ਜਨਮ ਦਿਹਾੜੇ ਦੀ, ਗੁਰੂ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਹਨੇਰਾ ਖਿਲਾ ਰਹੇ, ਪ੍ਰਦੂਸ਼ਣ ਬਣ ਰਹੇ ਨੇ। ਇਹ ਕਿਹੜਾ ਤਰੀਕਾ ਹੋਇਆ ਸਾਡਾ? ਨੋਟ ਕਰਿਓ, ਪਵਨ ਗੁਰੂ, ਪਾਣੀ ਪਿਤਾ, ਪਾਣੀ ਨੂੰ ਪਿਤਾ ਸਮਾਨ ਦੱਸਿਆ। ਕੁਦਰਤੀ ਦਾਤਾਂ ਜਿਹੜੀਆਂ ਵਾਹਿਗੁਰੂ ਨੇ ਬਖਸ਼ੀਆਂ, ਇਹ ਬਹੁਤ ਕੀਮਤੀ ਹੈ। ਪਾਣੀ, ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਪਾਣੀ ਦੀ ਤਾਂ ਹੁਣ ਪੂਰੇ ਵਿਸ਼ਵ ਪੱਧਰ ਤੇ ਚਰਚਾ ਹੈ। ਮਾਹਰ ਤਾਂ ਇੱਥੋਂ ਤੱਕ ਕਹਿ ਰਹੇ ਹੈ ਕਿ ਜੇ ਤੀਜਾ ਵਿਸ਼ਵ ਯੁੱਧ ਹੋਇਆ ਹੋਣਾ ਹੀ ਪਾਣੀ ਕਰਕੇ। ਪਾਣੀ ਦੀ ਬੜੀ ਵੱਡੀ ਗੱਲ ਹੈ, ਇਸ ਲਈ ਪਾਣੀ ਦੀ ਵਰਤੋਂ ਬੜੀ ਸੰਭਲ ਕੇ ਕਰਨੀ ਚਾਹੀਦੀ ਹੈ ਸਾਨੂੰ। ਮਾਫ ਕਰਿਓ, ਆਰੂ ਸਭ ਦੇ ਲੱਗੇ ਹੈ, ਬੁਰਾ ਨਾ ਬਣਾਇਓ। ਵੀ ਜਿਹੜਾ ਆਪਣੇ ਪਾਸ ਹੈ ਉਨੀ ਗੱਲ ਕਰ ਰਹੇ ਹਾਂ। ਹੁਣ ਇੱਕ ਤਾਂ ਸਰਕਾਰਾਂ ਨੇ ਸਾਡੀ ਫੱਟੀ ਪੋਚੀ ਹੈ ਪੰਜਾਬ, ਇਹ ਗੁਰਬਾਣੀ ਦਾ ਵਿਸ਼ਵ ਵਿਆਪੀ ਹੈ, ਪਰ ਜੇ ਪੰਜਾਬ ਲੈਵਲ ਦੀ ਗੱਲ
ਜਿਹੜਾ ਕਿਸਾਨਾਂ ਦੀ ਹਿੱਕ ਤੇ ਟੱਕ ਲਾਇਆ ਸੀਗਾ SYL ਦਾ, ਆ ਦੋਏ ਪੰਜਾਬ ਦੇ ਜਿਹੜੇ ਚੌਧਰੀ ਹੈ, ਇੱਕ ਨੇ ਤਾਂ ਉਹਨੂੰ ਸੋਨੇ ਦੀ ਕਹੀ ਭੇਂਟ ਕੀਤੀ ਸੀ, ਚਾਂਦੀ ਦੀ ਕਿ ਸੋਨੇ ਦੀ, ਚਾਂਦੀ ਦੀ, ਤੇ ਦੂਜੇ ਨੇ 2 ਕਰੋੜ ਰੁਪਇਆ ਲਿਆ ਸੀ ਚੌਧਰੀ ਦੇਵੀ ਲਾਲ ਤੋਂ। ਕੱਢ ਲੋ ਹੈ ਡਰਾਮੇ ਹੁਣ ਬਹੁਤ ਰਚਦੇ, ਜਿਹੜਾ ਹੁਣ ਕਿਸਾਨਾਂ ਦੀ ਇਹ ਹਾਲਤ ਇਹ ਇਹਨਾਂ ਨੇ ਕਰਵਾਈ ਹੈ ਸਰ। ਇਹ ਡੋਗਰੇ ਆ, ਡੋਗਰੇ। ਇਸ ਲਈ ਨੋਟ ਕਰ ਲਓ ਕਿਰਪਾ ਕਰਕੇ, ਪਵਨ ਗੁਰੂ ਪਵਨ ਸਾਡਾ ਪਾਣੀ ਸਾਡਾ ਕਿੱਧਰ ਨੂੰ ਗਿਆ ਉਹ ਤੁਹਾਨੂੰ ਪਤਾ ਹੈ, ਇੱਥੋਂ ਪਾਣੀ ਡੂੰਘਾ ਹੋਈ ਜਾਂਦਾ ਬੁਰਾ ਹਾਲ। ਕਦੇ ਸੋਚਿਆ ਸੀ ਪੰਜਾਬ ਪਾਣੀ ਦੇ ਨਾਂ ਤੇ ਪੰਜਾਬ ਵਸਦਾ ਹੈ, ਪੰਜਾਬਾਂ ਦੀ ਧਰਤੀ ਤੇ ਪੀਣ ਵਾਲਾ ਪਾਣੀ 20 ਰੁਪਏ ਲੀਟਰ। ਸ਼ਰਮ ਵਾਲੀ ਗੱਲ ਹੈ ਸਾਡੇ ਸਾਰਿਆਂ ਨੂੰ। ਇਹ ਮੈਂ ਨਹੀਂ ਕਹਿੰਦਾ, ਨਾਸਾ ਨੇ ਟਿੱਪਣੀ ਕੀਤੀ ਹੈ ਵੀ ਜਿਹੜੇ ਹਾਲਾਤ ਨੇ ਪੰਜਾਬ ਆਉਣ ਵਾਲੇ ਸਮੇਂ 'ਚ ਮਾਰੂਥਲ ਬਣ ਜਾਣਾ। ਬਿਲਕੁਲ ਕੇਂਦਰ ਸਰਕਾਰ ਦੀਆਂ ਪੰਜਾਬ ਮਾਰੂ ਨੀਤੀਆਂ, ਪੰਜਾਬ ਦੇ ਅਖੌਤੀ ਰਾਖਿਆਂ ਦੀ ਨਲਾਇਕੀ ਤੇ ਜਨਤਾ ਦੀ ਅਗਿਆਨਤਾ ਦੀ ਬਦੌਲਤ ਪੰਜਾਬ ਮਾਰੂਥਲ ਬਣਦਾ। ਜਦੋਂ ਕੱਢੀ ਹੈ ਸਾਰਾ ਤੋਂ ਰੈਪੇਰੀਆਂ ਲਾ ਦੀਆਂ ਧੱਜੀਆਂ ਉੱਡ ਜਾਂਦੀਆਂ ਪੰਜਾਬ ਬਾਰੇ ਸਾਰੀ। ਜਦੋਂ ਮਹਾਰਾਜਾ ਗੰਗਾ ਸਿੰਘ ਲੈ ਕੇ ਗਿਆ, ਜਦੋਂ ਬੀਕਾਨੇਰ ਸਟੇਟ ਹੁੰਦੀ ਸੀ, ਉਹਦੀ ਸਾਰੀ ਰਾਇਲਟੀ ਮਿਲਦੀ ਸੀ, ਬਕਾਇਦਾ ਪੈਸਾ ਮਿਲਦਾ ਸੀ 47 ਤੋਂ ਪਹਿਲਾਂ। ਬਾਅਦ 'ਚ ਸਾਰਾ ਉਹਦਾ ਵੱਖਰਾ ਵਿਸ਼ਾ। ਮੈਂ ਗੁਰੂ ਦੀ ਕਿਰਪਾ ਨਾਲ 10 ਦਿਨ ਲਾਏ, ਪਾਣੀਆਂ ਦਾ ਜਾਂ ਰੌਲਾ ਜਾਂ ਮੈਨੂੰ ਕੁਝ ਸਮਝ ਨਾ ਆਇਆ ਕਰੇ ਵੀ ਕਹਾਣੀ ਕੀ। ਫਿਰ ਮੈਂ ਪੂਰੇ 10 ਦਿਨ ਮਿਲ ਕੇ ਪਾਣੀ ਦੀ ਪੜਿਆ, ਇਹ ਕੀ ਹੈ, ਚੱਕਰ ਕੀ ਹੈ, ਪਿੱਛੋਂ ਕਹਾਣੀ ਚੱਲਦੀ ਕੀ ਹੈ। ਇਸ ਲਈ ਇਹ ਬਹੁਤ ਖਤਰਨਾਕ ਖੇਡ ਸਾਡੇ ਨਾਲ ਖੇਡ ਰਿਹਾ। ਖੈਰ ਉਹ ਤਾਂ ਵੱਖਰੀ ਗੱਲ ਹੈ, ਪਰ ਗੁਰੂ ਨੇ ਜਿਹੜੀ ਰਹਿਮਤ ਸਾਡੇ ਤੇ ਕੀਤੀ, ਬਈ ਆਪਣੇ ਵੱਸ ਵਿੱਚ ਕੀ ਹੈ, ਆਪਣੇ ਵੱਸ 'ਚ ਹੈ ਘੱਟੋ ਘੱਟ ਆਪਾਂ ਗੁਰੂ ਅੱਗੇ ਸੱਚੇ ਹੋਣਾ। ਜਿਹੜਾ ਫਿਲਟਰ ਲਾਏ ਹੈ, ਜਿਹੜਾ ਐਕਸਟਰਾ ਪਾਣੀ ਆ ਰਿਹਾ, ਉੱਥੇ ਬਾਲਟੀ ਰੱਖੋ, ਉਹ ਪਾਣੀ ਨੂੰ ਪੋਚੇ ਲਾਉਣ ਲਈ, ਉਹ ਪਾਣੀ ਨੂੰ ਭਾਂਡੇ ਧੋਣ ਲਈ ਵਰਤਿਆ ਜਾ ਸਕਦਾ। ਗੁਰਦੁਆਰਾ ਸਾਹਿਬ ਦੇ ਵਿੱਚ ਆਉਨੇ ਆ, ਸਫਾਈ ਲਈ ਓਨਾ ਹੀ ਪਾਣੀ ਵਰਤਿਆ ਜਾਵੇ ਜਿੰਨੀ ਲੋੜ ਹੈ। ਇਹ ਨਹੀਂ ਕਿ ਨਿਸ਼ਾਨ ਸਾਹਿਬ ਪਹਿਲਾਂ ਸਾਫ਼ ਹੈ ਫਿਰ ਬਾਲਟੀ ਦੇ ਨਿਸ਼ਾਨ ਸਾਹਿਬ ਨੇ ਖੜੇ, ਇਹ ਕੋਈ ਸੇਵਾ ਨਹੀਂ। ਲੋੜ ਅਨੁਸਾਰ ਪਾਣੀ ਦੀ ਵਰਤੋਂ ਕਰਨੀ। ਤੁਸੀਂ 100 ਰੁਪਇਆ ਗੁਰਦੁਆਰਾ ਸਾਹਿਬ ਭੇਟਾ ਕਰਨ ਆ ਰਹੇ ਹੋ, ਰਸਤੇ 'ਚ ਵੇਖਿਆ ਕਿਤੇ ਸਾਂਝੀ ਜਗ੍ਹਾ ਤੇ ਪਾਣੀ ਡੁੱਲ ਰਿਹਾ, ਬਟਨ ਲੱਗਿਆ ਨਹੀਂ, ਉਹਨਾਂ ਪੈਸਿਆਂ ਦਾ ਬਟਨ ਲਵਾ ਦਿਓ, ਤੁਹਾਡੇ ਪੈਸੇ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਨ। ਪਾਣੀ ਦੀ ਕਦਰ ਕਰਨੀ। ਮਾਤਾ ਧਰਤ ਮਹੱਤ, ਧਰਤੀ ਨੂੰ ਵੱਡੀ ਮਾਂ ਦੱਸਿਆ। ਧਰਤੀ ਤੇ ਧਰਤੀ ਦੀ ਵੀ ਸਾਡੀ ਦੀ ਹਰੀ ਕ੍ਰਾਂਤੀ ਦੇ ਨਾਮ ਤੇ ਫੱਟੀ ਪੋਚੀ ਹੈ। ਸਾਡੀ ਧਰਤੀ ਵੀ ਨਸ਼ਈ ਬਣਾਤੀ। ਰਿਜ਼ਲਟ ਕੀ ਨਿਕਲਿਆ ਹਰੀ ਕ੍ਰਾਂਤੀ ਰਾਹੀਂ? ਅਨਾਜ ਗੋਦਾਮਾਂ 'ਚ ਸੜ ਰਿਹਾ ਹੈ ਤੇ ਉਹ ਅਨਾਜ ਖਾਧਾ ਹੋਇਆ ਮਨੁੱਖ ਨੇ ਉਹ ਹਸਪੀਟਲਾਂ 'ਚ ਸੜ ਰਿਹਾ। ਆਹ ਹਰੀ ਕ੍ਰਾਂਤੀ ਹੈ। ਹਰੀ ਕ੍ਰਾਂਤੀ ਭਾਰਤ ਦੇ ਹੋਰ ਕਿਸੇ ਹਿੱਸੇ 'ਚ ਕਿਉਂ ਨਹੀਂ ਲਿਆਂਦੀ, ਉੱਥੇ ਲਿਆ ਦਿੰਦੇ ਸਨ। ਇਹ ਗੱਲਾਂ ਡੂੰਘੀਆਂ ਸਮਝਣ ਵਾਲੀਆਂ, ਕਈ ਵੀਰੇ ਤੇ ਨਾਰਾਜ਼ ਵੀ ਹੋ ਜਾਂਦੇ ਆ। ਤੁਸੀਂ ਐ ਪਹਿਲਾਂ ਤਾਂ ਲਾਤਾ ਉੱਥੇ, ਫਿਰ ਦੇਖ ਲਓ ਐਤਕੀ ਕੀ ਕਰ ਰਹੇ। ਇਹ ਤਾਂ ਪੰਜਾਬ ਨੂੰ ਇਕੱਠੇ ਹੋ ਕੇ ਪੁੱਛਣਾ ਚਾਹੀਦਾ ਸੈਂਟਰ ਨੂੰ ਵੀ ਪੰਜਾਬ ਨੂੰ ਭਾਰਤ ਦਾ ਹਿੱਸਾ ਤੁਸੀਂ ਦੱਸੋ, ਸਮਝਦੇ ਹੋ ਕਿ ਨਹੀਂ ਸਮਝਦੇ? ਕਾਹਨੂੰ ਤੁਸੀਂ ਫਿਰ ਵੀ ਰੌਲਾ ਪਾਉਂਦੇ ਹੋ, ਸਭ ਸੁੱਟ ਖੜੇ ਜੀ, ਇਹ ਗੱਲਾਂ ਵੱਖ ਦੇਸ਼ ਦੀਆਂ ਕਰਦੇ ਆ। ਫਿਰ ਕੀ ਕਰਨਗੇ ਉਹ? ਤੁਸੀਂ ਕਰਨ ਲਾਉਣੇ ਉਹਨਾਂ ਨੂੰ, ਤੋੜ ਦੇਣਾ ਉਸ ਪਾਸੇ। ਸਿੱਖ ਤਾਂ ਚਲੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਮਾਤਾ ਧਰਤ ਮਹੱਤ, ਧਰਤੀ ਦੀ ਸੰਭਾਲ, ਪਾਣੀ ਦੀ, ਹਵਾ ਦੀ, ਦਰਖਤ ਲਾਉਣੇ ਗੁਰਦੁਆਰਿਆਂ ਦਾ ਕੰਮ ਹੈ। ਇਹ ਕੰਮ ਜਦੋਂ ਮੈਂ ਕਹਾਂ ਕਿ ਕੋਈ ਸਰਕਾਰਾਂ ਦਾ ਕੋਈ ਨਹੀਂ, ਸਰਕਾਰਾਂ ਨੇ ਕੋਈ ਡੱਕਾ ਨਹੀਂ ਤੋੜਨਾ। ਇਹ ਗੁਰੂ ਘਰਾਂ ਚੋਂ ਸਾਰੇ ਕਾਰਜ ਹੋਣੇ ਚਾਹੀਦੇ, ਕਿਉਂਕਿ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਨੇ ਇੱਕ ਕਾਰਜ ਕੀਤਾ। ਜਦ ਪਹਾਰਾ ਧੀਰਜ ਸੁਨਿਆ, ਆਪਾਂ ਵਿਚਾਰ ਰਹੇ ਸੀ ਪਵਨ ਗੁਰੂ ਪਾਣੀ ਪਿਤਾ। ਤੇ ਮੈਂ ਇੱਕ ਬੇਨਤੀ ਕਰਾਂ, ਫੋਰਨ ਕੰਟਰੀਆਂ 'ਚ ਜਿੰਨਾ ਮੈਨੂੰ 500 ਕੰਟਰੀਆਂ ਜਾਣ ਦਾ ਮੌਕਾ ਮਿਲਿਆ, ਤੇ ਮੈਂ ਇਹ ਸ਼ਲੋਕ ਦੇ ਉੱਥੇ ਪ੍ਰੈਕਟੀਕਲੀ ਅਰਥ ਹੁੰਦੇ ਵੇਖੇ। ਇੰਨੀ ਕਦਰ ਹੈ। ਆ ਨਿਊਜ਼ੀਲੈਂਡ ਦੀ ਤੁਹਾਨੂੰ ਦੱਸ ਪਤਾ ਹੀ ਹੈ, ਸਾਰੇ ਭੈਣ ਭਰਾਵਾਂ ਨੂੰ ਜਿਹੜੇ ਜਾਂਦੇ ਆਉਂਦੇ, ਹਾਲਾਂਕਿ ਬੜਾ ਉੱਚਾ ਨਹੀਂ ਮੈਂ, ਪਰ ਐਡੀ ਜ਼ਬਰਦਸਤ ਉਹਨਾਂ ਨੇ ਪਾਈਪਿੰਗ ਪਾਈ ਆ। ਪੀਣ ਵਾਲਾ ਜਿਹੜਾ ਆਪਣਾ ਪਾਣੀ ਬਹੁਤਾ ਵਰਤਦੇ ਆ ਨਾ, ਮੀਂਹ ਵਾਲਾ ਪਾਣੀ ਵੀ ਵਰਤਦੇ, ਪਾਈਪ ਪਾਏ ਹੋਏ ਆ। ਮੈਂ ਕਹਿੰਦਾ ਮੀਂਹ ਵਾਲਾ ਉੱਪਰ ਤੱਕ ਵੇਚਾਂ ਸਾਰੇ ਪਾਸੇ। ਤੇ ਦਰਖਤ ਦੀ ਇੰਨੀ ਰਿਸਪੈਕਟ ਹੈ, ਜਿਹੜਾ ਤੁਸੀਂ ਦਰਖਤ ਆਪ ਬੀਜ ਕੇ ਆਪ ਹੀ ਪਾਣੀ ਪਾ ਕੇ ਵੱਡਾ ਕੀਤਾ, ਉਹਨੂੰ ਆਪ ਵੱਢ ਨਹੀਂ ਸਕਦੇ। ਵੱਢਣ ਵਾਸਤੇ ਮਨਜ਼ੂਰੀ ਲੈਣੀ ਪੈਂਦੀ। ਮਨਜ਼ੂਰੀ ਸੌਖੀ ਨਹੀਂ ਮਿਲਦੀ, ਦੱਸਦੇ ਆ ਉਹ ਆ ਕੇ ਪੁੱਛਦੇ ਆ।
ਉੱਥੇ ਮੈਨੂੰ ਗੁਰਸਿੱਖ ਵੀਰਾਂ ਨੇ ਦੱਸੇ, ਇੱਕ ਗੁਰਸਿੱਖ ਉਹ ਕਹਿੰਦਾ ਦਰਖਤਾਂ ਨੂੰ ਘਟਾਉਣਾ ਮਨਜ਼ੂਰੀ ਲੈ ਕੇ ਆਉਂਗੇ। ਅੱਛਾ ਇਹ ਤਾਂ ਦਰਖਤ, ਮੈਂ ਕਿਹਾ ਤੁਹਾਡੀ ਆਪਣੀ ਜਗ੍ਹਾ 'ਚ, ਕਹਿੰਦੇ ਹਾਂਜੀ ਹੈ ਆਪਣੀ ਜਗ੍ਹਾ 'ਚ, ਪਰ ਹੈ ਨਹੀਂ ਬਸ। ਪਰ ਕਿੰਨੀ ਕਦਰ ਹੈ, ਠੀਕ ਹੈ। ਗਲਤ ਗੱਲਾਂ ਵੀ ਉੱਥੇ ਹੋਣਗੀਆਂ, ਹੈਗੀਆਂ ਨੇ, ਬੇਗਮਪੁਰਾ ਨਹੀਂ ਹੈ ਕੋਈ ਐਂ ਜੇ ਤੁਸੀਂ ਕਹੋ, ਪਰ ਫਿਰ ਵੀ ਇਸ ਪੱਖੋਂ ਬੜਾ ਵਧੀਆ ਮਤਲਬ ਉਹ ਲੋਕ ਇਹ ਗੱਲਾਂ ਨੂੰ ਮੰਨਦੇ ਹੈ। ਦਿਵਸ ਰਾਤ ਦੋਏ ਦਾਈ ਦਾਇਆ ਖੇਲਾ ਸੰਜਤ। ਪਰਮਾਤਮਾ ਦੇ ਸਾਰੇ ਵਿੱਚ ਦਿਨ ਤੇ ਰਾਤ ਦਾਈ ਦਾਇਆ ਨੇ ਖਿਡਾਵਾ ਖਿਡਾਵੀ ਸਾਰਾ ਜਗਤ ਦੇ ਖੇਡ ਵਿੱਚ ਲੱਗੇ, ਖੇਡ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂ। ਧਰਮ ਦਾ ਇੱਥੇ ਅਰਥ ਧਰਮ ਰਾਜ, ਧਰਮ ਰਾਜ ਪ੍ਰਮਾਤਮਾ ਦੇ ਹਜ਼ੂਰ ਚੰਗਿਆਈਆਂ ਤੇ ਬੁਰਿਆਈਆਂ ਨੂੰ ਵਾਚਦਾ ਹੈ। ਕਰਮੀ ਆਪੋਧ ਆਪਣੀ ਕੇ ਨੇੜੇ ਕੀਤੂ, ਆਪੋ ਆਪਣੀ ਕਰਮੀ ਦੇ ਮੁਤਾਬਕ, ਕੰਮਾਂ ਦੇ ਮੁਤਾਬਕ ਕੋਈ ਪ੍ਰਮਾਤਮਾ ਦੇ ਨੇੜੇ ਲੱਗਦਾ, ਕੋਈ ਦੂਰ ਰਹਿੰਦਾ। ਜਿਨੀ ਨਾਮ ਤੇ ਆਇਆ, ਇਹਨੂੰ ਜਿੰਨੀ ਨਹੀਂ ਬੋਲਣਾ, ਜਿਨੀ, ਜਿਨ੍ਹਾਂ ਨੇ ਨਾਮ ਤੇ ਆਇਆ ਗਏ ਮੁਸ਼ੱਕਤ ਕਾ, ਜਿਨ੍ਹਾਂ ਨੇ ਮਿਹਨਤ, ਇਹ ਮਿਹਨਤ ਹੈ ਨਾਮ ਤੇ ਹੋਣਾ, ਪ੍ਰਮਾਤਮਾ ਜਾਚ ਕਰਨਾ, ਹਰ ਵਕਤ ਉਹਦੀ ਹਜ਼ੂਰੀ ਨੂੰ ਮਹਿਸੂਸ ਕਰ। ਨਾਨਕ ਤੇ ਮੁਖ ਪੂਜੇ, ਨਾਨਕ ਜੀ ਫਰਮਾ ਰਹੇ ਨੇ ਕਿ ਉਹਨਾਂ ਦੇ ਮੁਖ ਰੱਬ ਦੀ ਹਜ਼ੂਰੀ 'ਚ ਉਜਲੇ ਹੁੰਦੇ ਹੈ। ਕੀਰਤੀ ਛੁੱਟੀ ਨਾਲ ਆਪ ਤਾਂ ਤਰੀ ਤਰੇ ਜਿਹੜੇ ਉਹਨਾਂ ਦੇ ਸੰਪਰਕ ਵਿੱਚ ਆਏ ਉਹਨਾਂ ਨੂੰ ਵੀ ਵਿਸ਼ੇ ਵਿਕਾਰਾਂ ਤੋਂ ਛੁੱਟੀ ਕਰਵਾ ਦਿੱਤੀ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ ਦਰ ਗਏ ਸੱਚ। ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਸਤਿਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ 10 ਦਿਨਾਂ ਦੇ ਵਿੱਚ ਆਪਾਂ ਬਹੁਤ ਸੰਖੇਪ ਵਿੱਚ, ਕਿਉਂਕਿ ਹੁਣ ਧਰਮਰਾਜ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਬਜੈਕਟ ਹੈ, ਕਈ ਸਬਜੈਕਟ ਇਵੇਂ ਦੇ ਉੱਤੇ ਇੱਕ ਦੀਵਾਨ ਘੱਟੋ ਘੱਟ ਚਾਹੀਦੇ, ਪਰ ਆਪਾਂ ਸੰਖੇਪ ਵਿੱਚ ਕੋਸ਼ਿਸ਼ ਕੀਤੀ ਹੈ ਗੁਰੂ ਦੀ ਰਹਿਮਤ ਨਾਲ। 2 ਦਿਨ ਤਾਂ ਪਹਿਲੇ ਆਪਾਂ ਗੁਰਮਤਿ ਸਾਹਿਬ ਵਿਸਥਾਰ ਦੇ ਵਿੱਚ ਸਮਝੇ, ਅੱਜ ਦੇ ਦਿਨਾਂ 'ਚ ਫਿਰ ਸੰਖੇਪ 'ਚ ਥੋੜਾ ਵਿਚਾਰ ਸਮਝੀ ਨਾਲ ਕੁਝ ਹੋਰ ਨੁਕਤੇ ਵੀ ਆਪਾਂ ਵਿਚਾਰਦੇ ਰਹੇ। ਸੋ ਆਖਰ ਤੇ ਮੈਂ 1-2 ਬੇਨਤੀਆਂ ਤੁਹਾਨੂੰ ਕਰਾਂਗਾ, ਜਿੰਨੇ ਭੈਣ ਭਰਾ ਬੈਠੇ ਆ, ਇੱਕ ਤਾਂ ਕੰਮ ਕਰੀਏ, ਗੁਰਬਾਣੀ ਆਪ ਪੜ੍ਹਨ, ਸੁਣਨ, ਸਮਝਣ, ਵਿਚਾਰਨ ਦੀ ਆਦਤ। ਦੂਜਾ, ਅਸੀਂ ਜਿਹੜਾ ਹੈਗਾ ਆਪਣੇ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜੀਏ ਔਰ ਦੁਨਿਆਵੀ ਤੌਰ ਤੇ ਉੱਚ ਵਿਦਿਆ ਦਵਾਈਏ, ਤਾਂ ਜੋ ਸਾਡੀ ਸਿੱਖੀ ਸੋਚ ਵਾਲੀ IPS ਆਫੀਸਰ, IAS ਬਣਨ, ਤੇ ਫਿਰ ਹੀ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਜਦੋਂ ਪਾਵਰ 'ਚ ਹੋਣਗੇ ਨਾ, ਫਿਰ ਹੀ ਇੱਕ ਨਰੋਏ ਤੇ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ। ਨਹੀਂ ਤਾਂ ਜਿਹੜੇ ਹਾਲਾਤ ਬਣੇ ਹੋਏ ਉੱਥੇ ਕੁਝ ਵੀ ਠੀਕ ਨਹੀਂ ਲੱਗਦਾ। ਇਸ ਲਈ ਸੋ ਸਾਰੇ ਭੈਣ ਭਰਾਵਾਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ। 10 ਦਿਨ ਲਗਾਤਾਰ ਸਮਾਂ ਕੱਢ ਕੇ ਪਹੁੰਚਦੇ ਵੀ ਰਹੇ ਹੋ। ਔਰ ਮੈਨੂੰ ਕਈ ਟੈਲੀਫੋਨ ਆਏ ਇੱਥੇ ਸੰਗਰੂਰ, ਕਿਉਂਕਿ ਮੈਂ ਬਹੁਤ ਘੱਟ ਸੰਗਰੂਰ 'ਚ ਹੁੰਦਾ ਕੀ ਸੀ ਕਿ ਪ੍ਰੋਗਰਾਮ ਤੋਂ 10-15 ਦਿਨ ਪਹਿਲਾਂ ਤਾਂ ਫੋਨ ਆਉਂਦੇ ਕਿ ਜੀ ਸਮਾਗਮ ਕਰੋ। ਇਹ ਤਾਂ ਲੋਕਡਾਊਨ ਕਰਕੇ ਹੁਣ ਸਮਾਂ ਸੀ, ਗੁਰੂ ਦੀ ਕਿਰਪਾ ਸਦਕਾ 1 ਮਹੀਨੇ 'ਚ 60-65 ਦੀਵਾਨ ਲਾਏ, 1 ਮਹੀਨੇ 'ਚ ਰੋਜ਼ 2-2-3-3 ਦੀਵਾਨ। ਜਦੋਂ ਸੰਗਰੂਰ ਤੋਂ ਕਿਸੇ ਸਿੰਘ ਦਾ ਫੋਨ ਆਉਣਾ, ਕਿਸੇ ਪ੍ਰਬੰਧਕ ਦਾ, ਉਹਨਾਂ ਨੂੰ ਕਹਿਣਾ ਕਿ ਨਹੀਂ ਕੋਈ 2 ਮਹੀਨੇ ਪਹਿਲਾਂ ਦੱਸਣਾ ਸੀ। ਉਹ ਕਈ ਹੋਇਆ, ਕਈਆਂ ਦੇ ਮੈਨੂੰ ਟੈਲੀਫੋਨ ਇਹ ਆਏ ਹੈ, ਉਹ ਕਹਿੰਦੇ ਭਾਈ ਸਾਹਿਬ ਤੁਸੀਂ ਜਪਜੀ ਸਾਹਿਬ ਦੀ ਕਥਾ ਕਰ ਰਹੇ ਹੋ, ਮਤਲਬ ਐ ਹੈਰਾਨ ਹੋਏ ਵੀ ਜਿਵੇਂ ਮੈਂ ਕੋਈ ਵੱਖਰੇ ਗ੍ਰੰਥ ਦੀ ਕਥਾ ਕਰ। ਮੈਂ ਕਿਹਾ ਕੀ ਗੱਲ? ਕਹਿੰਦੇ ਜੀ ਅਸੀਂ ਤਾਂ ਇਹ ਸੋਚਦੇ ਵੀ ਤੁਹਾਡਾ ਕੰਮ ਲੜਨ ਭਿੜਨ ਵਾਲੀ ਹੈ ਕੰਮ। ਸਾਰਿਆਂ ਨੇ ਮੈਨੂੰ ਕਈਆਂ ਨੇ ਦੱਸਿਆ ਲੜਨ ਭਿੜਨ ਵਾਲਾ। ਮੈਂ ਕਿਹਾ ਨਹੀਂ, ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ। ਅਸਲ 'ਚ ਹੁੰਦਾ ਕੀ ਹੈ, ਜਦੋਂ ਕਿਸੇ ਕਰੰਟ ਇਸ਼ੂ ਦੇ ਉੱਤੇ ਆਪਾਂ ਗੱਲ ਕਰਦੇ ਹਾਂ, ਉਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਜਾਂਦੀ। ਜਪਜੀ ਸਾਹਿਬ ਦੀ ਕਥਾ ਨਹੀਂ ਹੁੰਦੀ ਵਾਇਰਲ ਹੋ ਜਾਂਦੀ, ਉਹ ਵੀਡੀਓ ਵਾਇਰਲ ਹੁੰਦੀ, ਫਿਰ ਉਹਨੂੰ ਸੁਣ ਕੇ ਆਪਣੀ ਇਮੇਜ ਉਸ ਤਰ੍ਹਾਂ ਦੀ ਬਣਾ ਇਹ ਤਾਂ ਯਾਰ ਇਹੋ ਜਿਹੀ। ਪਰ ਜਦੋਂ ਹੁਣ ਉਹ ਸਪੀਚਾਂ ਫਿਰ ਉਸ ਪੋਜੀਸ਼ਨ ਤੇ, ਇਹ ਗੁਰੂ ਦੀ ਬਖਸ਼ਿਸ਼ ਹੀ ਹੈ। ਉਸ ਪੋਜੀਸ਼ਨ 'ਚ ਤੁਸੀਂ ਕੀ ਕਰੋਗੇ ਕਿ ਗੁਰਮਤਿ ਦਾ ਪ੍ਰਚਾਰ ਕਰਦੇ ਹੋ, ਜੇ ਬੇਅਦਬੀ ਹੋਈ ਤੁਸੀਂ ਉੱਥੇ ਸ਼ਾਂਤਮਈ ਬੈਠੇ ਹੋ,
शांतमई बेटियां के उत्ते तुहाडे ते डांगा भराउण और फिर साडे नौजवानों को फक्कड़ कर देण कि सानू ही असीं जिहड़े 3-4 जाने सी ना प्रचारक साडे ते केस पाउंदे सी वो नौजवानों राਹੀਂ भी उन्होंने चैक दिंदे सी कि भाई ये कहते हो बेअदबी असीं कीती है सिख प्रचारकों के कहण ते तुसीं गेम तो देखो किड्डी वड्डी दा गुरु ਸਾਹਿਬ पसंद ने एडा गेम लाउंदे हो बिना किसी कसूर तो परिवारक मैंबरां नूं तंग करन जेल च सुੱਟ देण काले पीड़े होण दे बावजूद मेरे पिता जी हुण उस पोजीशन ते मैनूं किवें बोलना चाहिदा सी मैं मिहनत करदा उदों मैं फिर बड़ा गर्म इन्हां नूं कहा कि तुसीं सारे टब्बर नूं जेल च सिੱਟੋ असीं तुहाडीआं करतूतां ही नंगियां कर वो फिर वीडियो वायरल ज़्यादा हो जी तो जी पार्टियां की कोई गल नहीं मैनू कोई मतलब नहीं कोई अकाली हो कांग्रेसी हो बस गुरु नानक के दर से फूकर बनने का यतन में जिधरले पासों पाड़ लगता देखो वो नीली पग वाला लावे कोई चिट्टी वाला लावे असी उधर मुँह करके भौंकांगे क्योंकि असी गुरु का दिता खाने दिता तो सारे गुरु का खाते हैं पर असी गुरु के नाम से खाने सीधे मत्थे गुरु के नाम से खाने जिथे श्री गुरु ग्रंथ साहब की गल है जिथे साडी मर्यादा की गल है जिथे साडे सिद्धांतां की गल है उत्थे साडा फर्ज सच सुनाए सी सच की वेला का सिद्धांत है वेले दे सच बोलण की गल की गुरु जो गल्लां पहलां हो चुकी हैं वो तो बोलनियां सौखियां इत्थे किहड़ा बाबर सुनदा जहांगीर थोड़ा सुनदा इहने अज दे बाबर राजे पाप कमावदे उल्टी बाढ़ खेत को खाई बाढ़ तो खेत में अज भी खा रही है अज की बाढ़ की भी गल करनी होगी इस सो सब का तुहाडा बहुत धन्यवाद गुरु जी का शुक्र ते बेनती करांगा जिहड़े भैन भरा सहज पाठ करते हैं उन्होंने दिक्कत आउंदी है संस्कृति दे विच संस्कृति संथ्या लिख के ना संस्कृति संथ्या लिख के नाल हरजिंदर सिंह माची भर लो उहदे ते यूट्यूब उहते तुसीं सर्च मारोगे तुहानूं गुरु ग्रंथ साहब दे जिहड़े वो संस्कृति है संखेप दे विच विचार नाल उचारण नाल अर्थ संखेप दिते हुए है वो 8-9 भागां च है वो तुसीं सुन के उसका भी लाभ लै सकते हो होर भी ਵੱਖ-ਵੱਖ विषयों के उत्ते उत्थे तुसीं सर्च मार के देख लो सो इन्नियां विचारां प्रवान करियो जी भुल्लां चुकां दी माफ़ी इत्थे गुरुद्वारा साहिब दे विच पोथीआं होणगीआं गुरबाणी दीआं जिन्नियां मर्जी पोथीआं तुसीं इत्थों लैके जाओ आप पढ़ो पोथीआं का रिकॉर्ड जरूर रखो कोल कित्थे रखे भाई साहब नूं बेनती प्रबंध करन ਜਿਹੜੇ भी सिखां नूं किसी भैन नूं वीर नूं पोथी देनी है रिकॉर्ड सारा रखो बहुत जरूरी है कि हम हालात ऐसे बने और आप बाणी पढ़िए सुनिए समझिए विचारिए सारिਆਂ ਦਾ ਧੰਨਵਾਦ है जी सारे प्रबंधक सज्जणों का संगत का इत्थों के भाई साहब भाई गुरसेवक सिंह भाई बलजीत सिंह सारे कीर्तनी जथे वाले वीर सब तो वध शुक्र गुरु ग्रंथ साहब का जिन्होंने तरस करके ਆਪਾਂ ਸਾਰਿਆਂ ਨੂੰ ਨਿਵਾਜ ਨੇ ਆਪਣੀ ਇਲਾਹੀ ਹਜ਼ੂਰੀ ਬਖਸ਼ੀ ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਭੁੱਲਾਂ ਚੁੱਕਾਂ ਲਈ ਮਾਫੀ ਆਓ ਰਲ ਕੇ ਛਿੰਪੋਗੇ ਅਨੰਦ ਦੇ ਪਾਠ ਅਰਦਾਸ ਸੁਣਾਉਣਾ ਰਾਮ ਕਲੀ ਮਹਿਲਾ ਤੀਜਾ ਅਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਬੇਮਾਏ ਸਤਿਗੁਰੂ ਮੈਂ ਪਾਇਆ राग रतन परिवार प्रिया शब्द गावणिया कह नानक आनंद हुआ सतगुरु मैं पाया हर नाल रहो तू मन मेरे दुख सब विसारना सबन गला समरथ स्वामी सो क्यों मनो विसारे साचे साहिबा क्या नहीं करते सदा सिख सलाह तेरी नाम मन वसावे कह नानक सच्चे साहिब क्या नहीं करते रह कर शांत सुख मन आए वसिया जिन इच्छा सब पुजाइया कह नानक सुनो संतो शब्द धरो प्यारो साचा नाम मेरा आधार शब्द कर सफा
ਪੰਚਦੂਤ ਤੋਂ ਦਿਵਸ ਕੀਤੇ ਕਾਲ ਕੰਟਕ ਮਾਰਿਆ ਕਰਮ ਪਾਇਆ ਤੁਮ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤਸ ਕੋ ਅਤਿ ਕਰ ਅਨਹਦ ਵਾਜੇ ਅਨੰਦ ਸੁਣੋ ਵਟ ਭਾਗੀ ਹੋ ਸਗਲ ਮਨੋਰਥ ਪੂਰੇ ਆਦਿ ਬ੍ਰਹਮ ਕਬ ਪਾਇਆ ਉਤਰੇ ਸਗਲ ਕਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭਲੇ ਸਰਸੇ ਪੂਰੇ ਉਤਰੇ ਜਾਣੀ ਸੁਣਦੇ ਮੁਨਿ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਅੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਸੁਣਦੇ ਮੁਨਿ ਕਹਤੇ ਪਵਿੱਤ ਸਤਿਗੁਰ ਰਿਹਾ ਭਰਪੂਰੇ ਨਮਨ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਮਾਰਗ ਤੇਰੇ ਤੁਮਰੀ ਕਿਰਪਾ ਹੈ ਸੁਖ ਕਣੇਰੇ ਨਾ ਜਾਣੇ ਤੁਮਰਾ ਅੰਤ ਉਚੇਤੇ ਊਚਾ ਭਗਵੰਤ ਸਾਗਰ ਸਮਗਰੀ ਤੁਮਰੇ ਸੂਤਰ ਤਾਰੀ ਤੁਮ ਦੇ ਹੋਏ ਸੋ ਆਗਿਆਕਾਰੀ ਗਤ ਮੈਂ ਦਰ ਨਹੀਂ ਜਾਣੀ ਨਾਨਕ ਦਾਸ ਸਦਾ ਕੁਰਬਾਨੀ। ਵਾਹਿਗੁਰੂ ਜੀ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਕੀ ਸਲਾਹ ਵਾਹ ਸ੍ਰੀ ਭਗਵਤੀ ਜੀ ਕੀ ਪਾਸੋਂ ਦਸਵੀਂ ਪ੍ਰਥਮ ਭਗਵਤੀ ਸਿਮਰਤ ਗੁਰ ਨਾਨਕ ਲੈਣੀ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਨ ਨਿਜ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰਨ ਸ੍ਰੀ ਹਰਿ ਰਾਏ ਸ੍ਰੀ ਹਰਿ ਤੇ ਸੰਤ ਧਿਆਈਐ ਫਿਰ ਸਭ ਦੁਖ ਜਾਏ ਏਕ ਬਹਾਦਰ ਸੁਣਿਆ ਘਰ ਮੌਨੀ ਦੇ ਆਵਰ ਧਾਰੇ ਸਭ ਖਾਈ ਹੋਏ ਸਨ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਖਾਈ ਹੋਏ ਸਨ। ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਠ ਦੀਦਾਰ ਦਾ ਧਿਆਨ ਬੋਲੋ ਜੀ। ਪਿਆਰਿਆਂ ਸਾਹਿਬਜ਼ਾਦਿਆਂ ਚੜ੍ਹੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬੰਦ ਸਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਪੰਡਿਤ ਕੀਤਾ ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਬੋਲੋ ਜੀ। ਸਿੰਘਾਂ ਸਿੰਘਣੀਆਂ ਨੇ ਧਰਮ ਵਿੱਚ ਸੀਤੇ ਅਨਾਰੇ ਚਲਾਈ ਬੰਦ ਕਾਇ ਕੋਪੀਆਂ ਨਾਲ ਚੜੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸਵਾਸਾਂ ਸੰਗ ਨਿਭਾਈ ਭਾਣਾ ਮਿੱਠਾ ਕਰਕੇ ਮੰਨਿਆ ਤਨਾਂ ਦੀ ਕਮਾਈ ਦਾ ਧਿਆਨ ਬੋਲੋ ਜੀ। ਜਾਂ ਭਗਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਬੋਲੋ ਜੀ। ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਪਾਤਸ਼ਾਹ ਪਾਏ ਦੇਵ ਦੇਵ ਫਤਿਹ ਕੀ ਪੈਜ ਪੰਥ ਕੀ ਜੀਤ श्री साहेब जी सहाय खालसा जी के बोल वाले बोलो जी। सिखी दान केस दान रहत दान विवेक दान विश्वास दान भरोसा दान दाना सरदान नाम दान श्री अमृतसर साहिब जी के दर्शन स्नान चौकियां झंडे गुंगे जुगो जुग अटल धर्म का जयकार बोलो जी। गुरु सिखा का मानीमा मत उच्ची मत पद रखा अकाल पुरख वाहिगुरु हे पंथ दे सदा सहाय
ਬਲਾਕਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਨੂੰ ਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਸੁੜਿਆ ਗਿਆ ਹੈ, ਸੇਵਾ ਸੰਭਾਲ ਕੁਲੇ ਦਰਸ਼ਨ ਕਰੇ ਦਾਨ ਪੰਥ ਖਾਲਸਾ ਨੂੰ ਬਖਸ਼ਣੇ ਜੀ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀਓ, ਹਜ਼ੂਰ ਮਹਾਰਾਜ ਜੀਆਂ ਦੇ ਚਰਨ ਕਮਲਾਂ ਪਾਸ ਸਮੂਹ ਸੰਗਤ ਦੀ ਅਰਦਾਸ ਬੇਨਤੀ ਹੋਈ। ਪਾਤਸ਼ਾਹ ਜੀਓ, ਆਪ ਜੀਆਂ ਦੀ ਅਪਰਤ ਅਪਾਰ ਕਿਰਪਾ ਹੋਈ, ਆਪ ਜੀ ਦੀ ਅਪਰਤ ਅਪਾਰ ਮਿਹਰ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀਆਂ ਨੂੰ ਪਾਵਨ ਬਾਣੀ ਦੇ ਪ੍ਰਵਾਹ ਦੇ ਨਾਲ ਸੰਗਤ ਨੂੰ ਜੁੜਿਆ। ਸੰਧਿਆ ਦੇ ਦੀਵਾਨ ਵਿੱਚ ਪਾਵਨ ਬਾਣੀ ਸਵੇਰੇ ਰਸ ਦੇ ਪਾਠ ਉਪਰੰਤ ਹਰੀ ਜਸ ਕੀਰਤਨ ਹੋਏ। ਉਪਰੰਤ ਆਪ ਜੀਆਂ ਦੇ ਦਰਸ਼ਨ ਕਰੋ ਰਸਾਈ ਗੁਰਮੁਖ ਬਸਮ ਸਭ ਸੰਗਤਾਂ ਨੇ ਪਾਵਨ ਬਾਣੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਪ ਰਚਨਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀਆਂ ਦੇ ਪ੍ਰਕਾਸ਼ ਪੁਰਬ ਗੁਰਪੁਰਬਾਂ ਨੂੰ ਸਮਰਪਿਤ ਰੱਖੇ ਗੁਰਮਤਿ ਸਮਾਗਮਾਂ ਦੇ ਵਿੱਚ ਭਾਈ ਹਰਜਿੰਦਰ ਸਿੰਘ ਜੀ ਮਾਝੀ ਵੱਲੋਂ ਪਾਵਨ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਕਥਾ ਵਿਚਾਰ ਅਰਥ ਬੋਧ ਵਿਸਰਾਮਾਂ ਦਾ ਗਿਆਨ ਆਪ ਜੀਆਂ ਨੇ ਜਿਤਨੀ ਵੀ ਕਿਰਪਾ ਕੀਤੀ ਪਾਤਸ਼ਾਹ ਜੀ ਸਾਂਝ ਪਾਈ ਸੰਤਾਂ ਦੇ ਨਾਲ ਆਪ ਜੀਆਂ ਨੇ ਕਿਰਪਾ ਕਰਨੀ ਜੀ। ਪੜੀ ਸੁਣੀ ਗੁਰਬਾਣੀ ਗੁਰਮਤਿ ਵਿਚਾਰਾਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਸਮਾਂ ਬਖਸ਼ਣੀ, ਅੱਗੋਂ ਤੋਂ ਸੁੱਧ ਸਪਾਟ ਸੇਵਾ ਸਮਰਨ ਕਰਨ ਦੇ ਕਥਾ ਕਰਨ ਦੇ ਬਲ ਬੁੱਧ ਉਦਮ ਬਖਸ਼ਣ ਦੀ ਕਿਰਪਾਲਤਾ ਕਰਨੀ ਜੀ। ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕੌਮ ਦੀ ਸੇਵਾ ਦੇ ਲਈ ਬਖਸ਼ਣੀ ਜੀ। ਪਾਤਸ਼ਾਹ ਜੀ ਸੱਚ ਦੇ ਮਾਰਗ ਦ੍ਰਿੜ ਬਖਸ਼ਣੇ। ਪਾਤਸ਼ਾਹ ਜੀਓ, ਪੜੀ ਸੁਣੀ ਗੁਰਬਾਣੀ ਹਰੀ ਜਸ ਕਥਾ ਦਾ ਪ੍ਰਭਾਵ ਸਭ ਸੰਗਤਾਂ ਦੇ ਹਿਰਦਿਆਂ ਤੇ ਪ੍ਰਵੇਸ਼ ਕਰਨ ਦੀ ਕਿਰਪਾਲਤਾ ਕਰਨੀ। ਬੇਅੰਤ ਸੇਵਾਵਾਂ ਲੇਖੇ ਵਿੱਚ ਲਾਉਣੀਆਂ ਜੀ। ਇਸੇ ਤਰ੍ਹਾਂ ਆਪ ਜੀ ਨੇ ਗੁਰਮਤਿ ਸਮਾਗਮ ਸਤ ਸੰਗਤ ਦੇ ਲਾਹੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਕ ਦੁਆਰਾ ਉਪਰਤ ਕਰੇ ਹੋ ਵਾਰ। ਇਹ ਲਾਹੇ ਬਖਸ਼ਦੇ ਰਹਿਣ ਦੀ ਕਿਰਪਾਲਤਾ ਕਰਨੀ ਸੱਚੇ ਪਾਤਸ਼ਾਹ ਜੀਓ। ਸਭ ਦੀਆਂ ਹਾਜ਼ਰੀਆਂ ਫਿਰ ਧਾਮਾਂ ਦਰ ਲਾਉਣੀਆਂ ਜੀ। ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਕੜਾ ਪ੍ਰਸਾਦ ਹਾਜ਼ਰ ਹੈ। ਪ੍ਰਸਾਦ ਦਾ ਪ੍ਰਵਾਨ ਹੋਵੇ, ਪ੍ਰਵਾਨੇ ਪ੍ਰਸਾਦ ਸੰਗਤ ਵਿੱਚ ਵਰਤੇ। ਜੋ ਵੀ ਸਕੇ ਆਪਣੇ ਪਵਿੱਤਰ ਨਾਮ ਦਿੱਤੇ ਪਾਵਨ ਗੁਰੂ ਕੇ ਲੰਗਰ ਪ੍ਰਵਾਨ ਹੋਣੇ, ਜੋ ਵੀ ਸਕੇ ਪਾਵਨ ਨਾਮ ਦਿੱਤੇ ਪਵਿੱਤਰ ਮੁਖ ਵਾਕਾਂ ਦੀ ਬਖਸ਼ਿਸ਼ ਕਰਕੇ ਨਿਹਾਲ ਕਰਨਾ ਜੀ। ਹੁਕਮਨਾਮਾ ਪ੍ਰਚਲਨ ਕਾਪਿਆ ਬਖਸ਼ਣੀ, ਜੋ ਵੀ ਪਾਵਨ ਕਰਨਾ ਕਮਲਾ ਵਿੱਚ ਆਵੇ ਸੁਰਾਜੀ ਆਵੇ, ਸੁਖ ਹੋਵੇ ਨਾਮ ਚਿਤਾਵੇ, ਪੜਦੇ ਸੁਣਦੇ ਲਾਹੇਵੰਦ ਹੋਣ ਨਾਨਕ ਨਾਮ ਚੜ੍ਹਦੀ ਕਲਾ ਇਹ ਭਾਣੇ ਸਰਬੱਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਕਵੇ ਚਲਾਇਓ ਅੰਤ, ਸਾਧ ਸਿੱਖਤ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਹੁਕਮ ਲਵੋਚ ਹੈ ਕੋਜ ਸ਼ਬਦ ਮੈਂ ਲੈ। ਆਜ ਕਰੇਗਾ ਖਾਲਸਾ ਸਭ ਬਚੇ ਜਨ ਜੋ
ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਨ ਗੁਰ ਕੋ ਬਲ ਜਾਈ ਹੋਵੈ ਸਿਫਤ ਸੰਬੰਧੀ ਨੂਰ ਅਸੋਂ ਪੁਰਸੋਂ ਕੱਟਿਆ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕੱਟਿਆ ਦਰਸ਼ਨ ਪਿਆਸੀ ਦਿਨ ਰਾਤ ਚਿਤਵੰ ਅੰਦਿਨ ਨੀਤ ਗੁਰ ਮੇਲੀ ਨਾਨਕ ਹਰ ਸੰਗ ਮੀਤ ਵਾਹਿਗੁਰੂ ਜੀ ਓਡੀ ਮਹੱਲਾ ਪੰਜਵਾ ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੁਭਾ ਚਿੰਤਾ ਲਾਹਿ ਹਮਾਰੀ ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੁਭਾ चिंता लाहे हमारी अवर ना सूझे दूजी ठार हार पर्यो तो द्वारी लेखा छोड़ अलेखा छूट है हम निर्गुण लेहो कुवारी साधक सिंह सदा मेहरबाना सवना दे आधारी नानक दास संत पातशाह परेओ राख लियो एक बारी साधक सिंध सदा मेहरबाना सवना दे आधारी नानक दास संत पातशाह परेओ राख लियो एक बारी वाहिगुरु जी का खालसा वाहिगुरु जी की फतेह। गुरु महाराज की हजूरी दे ते बत्तर गुरु को साथ संगत महाराज की बख्शी फतेह साझी करिए। वाहिगुरु जी का खालसा वाहिगुरु जी की फतेह। जपजी साहिब नूं गुरु ग्रंथ साहिब दे विच भावां दा सार भी कहा गया है। जो कथा तुसी जपजी साहिब की सुनी है, दो श्लोक, मूल मंत्र, 38 पौड़ियां, जे इन्हां विचों मैं किसी भी पौड़ी या तुकां लैके उसकी व्याख्या करता हाँ तो मेरी इन्नी बात नहीं। जिथे पंथ के महान कथावाचक भाई हरजिंदर सिंह जी माझी जिन्हां ते महाराज की पार बख्शिश है ते मैं इन्हां नाल सूरवीर भी कहूँगा, क्योंकि जिन्हां ने झूठे साध नाल झूठे साध नूं ललकारिया ते इन्हां दे उत्ते
307 ਦਾ ਇਰਾਦਾ ਕਤਲ ਦਾ ਬਾਦਲਾਂ ਨੇ ਪਰਚਾ ਵੀ ਦਰਜ ਕੀਤਾ। ਇਹਨਾਂ ਨੇ ਫਿਰ ਵੀ ਪਰਵਾਹ ਨਹੀਂ ਕਰੀ। ਸੋ 10 ਦਿਨਾਂ ਤੋਂ ਫਿਰ ਤੁਹਾਨੂੰ ਕਥਾ ਦੁਆਰਾ ਸ਼ਬਦ ਦੀ ਵਿਚਾਰ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ ਤੇ ਸੰਗਤਾਂ ਵੀ ਬਿਰਤੀਆਂ ਇਕਾਗਰ ਕਰਕੇ ਆਪਣੇ ਤਨ ਮਨ ਨਾਲ ਸੁਣ ਰਹੇ ਹਨ ਤੇ ਆਪਣਾ ਜੀਵਨ ਸਫਲ ਕੀਤਾ ਹੈ। ਸੋ ਸਮੂਹ ਪ੍ਰਬੰਧਕ ਕਮੇਟੀ, ਸਮੂਹ ਸੰਗਤ ਭਾਈ ਹਰਜਿੰਦਰ ਸਿੰਘ ਜੀ ਮਾਝੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਭਾਈ ਮਾਝੀ ਜੀ ਨੇ ਸਮੇਂ ਦੀ ਘਾਟ ਦੇ ਬਾਵਜੂਦ 10 ਦਿਨਾਂ ਦੇ ਵਿੱਚ ਵਿਸਥਾਰ ਪੂਰਵਕ ਸੁਣਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਅਕਾਲ ਪੁਰਖ ਕਿਰਪਾ ਕਰੇ ਫਿਰ ਇਹ ਸਮਾਂ ਦੇਵੇ ਕਿ ਲੰਮਾ ਸਮੇਂ ਤੱਕ ਵਿਸਤਾਰ ਪੂਰਵਕ ਇਹਨਾਂ ਤੋਂ ਜਿਹੜੀ ਹੈ ਜਪਜੀ ਸਾਹਿਬ ਦੀ ਵਿਆਖਿਆ ਸੁਣੀ ਜਾਵੇ। ਕਿਉਂ ਹੁਣ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਲੇਕਿਨ ਫਿਰ ਵੀ ਸੰਖੇਪ ਵਿੱਚ ਹੀ ਵਰਣਨ ਕੀਤੀ ਹੈ। ਸੋ ਅੱਗੇ ਮੈਂ ਬੇਨਤੀ ਕਰਦਾ ਹਾਂ, ਜਿੱਦਾਂ ਗੁਰਪ੍ਰੀਤ ਕੌਰ ਖਾਲਸਾ ਜੋ ਇਹਨਾਂ ਨੇ ਮੂਲ ਮੰਤਰ ਦੀ ਵਿਆਖਿਆ ਕਰੀ ਸੀ, ਉਸ ਤੋਂ ਬੜੀ ਪ੍ਰਭਾਵਿਤ ਹੋਈ। ਪ੍ਰਭੂ ਦੇ ਸਰੂਪ ਦੀ ਜੋ ਗੁਰੂ ਨਾਨਕ ਦੇਵ ਜੀ ਨੇ ਅਨੁਭਵ ਕੀਤਾ ਉਹ ਮੂਲ ਮੰਤਰ ਵਿੱਚ ਵਰਣਨ ਕੀਤਾ ਗਿਆ ਹੈ। ਇਹਨਾਂ ਨੇ ਫੋਟੋਆਂ ਦੇ ਸੰਬੰਧ ਵਿੱਚ ਕਿਹਾ ਵੀ ਇਹ ਠੀਕ ਨਹੀਂ। ਇਸ ਬੱਚੀ ਇੰਨੀ ਪ੍ਰਭਾਵਿਤ ਹੋਈ ਮੂਲ ਮੰਤਰ ਤੋਂ ਕਿ ਇਸ ਨੇ ਆਪਣੇ ਘਰੋਂ 2 ਫੋਟੋਆਂ ਜੋ ਲੱਗੀਆਂ ਹੋਈਆਂ ਸੀ ਉਹ ਚੁੱਕ ਦਿੱਤੀਆਂ ਤੇ ਆਪਣਾ ਹਰਿਮੰਦਰ ਸਾਹਿਬ ਦੀ ਸਿਰ ਫੋਟੋ ਰੱਖੀ ਕਿ ਮੇਰੇ ਜਹਨ ਦੇ ਵਿੱਚ ਜਦੋਂ ਮੈਂ ਅੱਖਾਂ ਮੀਚ ਕੇ ਪਾਠ ਕਰਾਂ। ਕਿਉਂ ਇਹ ਬੱਚੀ BSc ਐਗਰੀਕਲਚਰ ਕਰਕੇ ਫਤਿਹਗੜ੍ਹ ਸਾਹਿਬ ਤੋਂ ਹੁਣੇ ਆਈ ਹੈ। ਆਪਣੇ ਸ਼ਹੀਦੀ ਜੋੜ ਮੇਲੇ ਤੇ ਇਹਨੇ ਫਤਿਹਗੜ੍ਹ ਸਾਹਿਬ ਪ੍ਰਭਾਵਿਤ ਹੋ ਕੇ ਅੰਮ੍ਰਿਤਪਾਨ ਛਕ ਕੇ ਗੁਰੂ ਘਰ ਦੇ ਲੜ ਲੱਗੀ। ਕਿਸੇ ਵੀ ਬੱਚੀ ਨੇ ਗੱਤਕਾ ਸਿੱਖਣਾ ਹੋਵੇ, ਦਮਾਲਾ ਸਜਾਉਣਾ ਹੋਵੇ, ਉਹਦੀ ਮਾਗੇ ਟ੍ਰੇਨਿੰਗ ਲੈਣੀ ਹੋਵੇ ਤਾਂ ਇਹ ਬੱਚੀ ਹਾਲੇ ਇੱਥੇ ਹੈ। ਸਮਾਂ ਕੱਢ ਕੇ ਇਹ ਜ਼ਰੂਰ ਆਓ। 5-4 ਬੱਚੀਆਂ ਜੋ ਸਿੱਖਣਾ ਚਾਹੁੰਦੀਆਂ ਹਨ ਉਹ ਆਪਣਾ ਗਰੁੱਪ ਬਣਾ ਕੇ ਦੱਸ ਦੇਣ। ਇਹ ਬੱਚੀ ਨੇ ਮੂਲ ਮੰਤਰ ਤੋਂ ਪ੍ਰਭਾਵਿਤ ਹੋ ਕੇ ਅੰਕਿਤ ਹੋਏ ਮੂਲ ਮੰਤਰ ਦੇ ਸ਼ਬਦਾਂ ਦਾ ਇੱਕ ਸਨਮਾਨ ਚਿੰਨ੍ਹ ਭਾਈ ਹਰਜਿੰਦਰ ਸਿੰਘ ਮਾਝੀ ਜੀ ਨੂੰ ਦੇਣਾ ਚਾਹੁੰਦੀ ਹੈ। ਸੋ ਮੈਂ ਬੇਨਤੀ ਕਰਦਾ ਹਾਂ ਭਾਈ ਹਰਜਿੰਦਰ ਸਿੰਘ ਜੀ ਮਾਝੀ ਸਤਿਕਾਰ ਕਰਨਗੇ। ਬੀਬਾ ਗੁਰਪ੍ਰੀਤ ਕੌਰ ਖਾਲਸਾ, ਰੂਬਲ ਕੌਰ ਉਰਫ ਮੰਨਾ ਸਿੰਘ, ਉਹਨਾਂ ਦੀ ਛੋਟੀ ਭੈਣ, ਦੋਏ ਆ ਕੇ ਸਨਮਾਨ ਚਿੰਨ੍ਹ ਭਾਈ ਹਰਜਿੰਦਰ ਸਿੰਘ ਜੀ ਮਾਝੀ ਨੂੰ ਦੇਣਗੇ। ਬੋਲੇ ਦੁਬਾਰੇ ਫਿਰ ਸਮੂਹ ਸੰਗਤ ਅੰਮ੍ਰਿਤ ਐਗਰੋ ਵੱਲੋਂ ਗੁਰਮੀਤ ਸਿੰਘ ਜੀ ਨਾਗੀ ਵੱਲੋਂ ਵੀ ਭਾਈ ਹਰਜਿੰਦਰ ਸਿੰਘ ਮਾਝੀ ਨੂੰ ਸਨਮਾਨ ਚਿੰਨ੍ਹ ਦੇਣਗੇ। ਸੋ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਵੀ ਸਤਿਕਾਰ ਕਰਨ। ਭਾਈ ਹਰਜਿੰਦਰ ਸਿੰਘ ਜੀ ਮਾਝੀ ਤੇ ਗੁਰਮੀਤ ਸਿੰਘ। ਬੋਲੇ ਗੁਰੂ ਗੋਬਿੰਦ ਸਿੰਘ ਸ੍ਰੀ ਸਰਕਲ ਸੰਗਰੂਰ, ਇਹ ਵੀ ਭਾਈ ਹਰਜਿੰਦਰ ਸਿੰਘ ਮਾਝੀ ਜੀ ਨੂੰ ਸਨਮਾਨਿਤ ਕਰਨਗੇ। ਸੋ ਬੇਨਤੀ ਹੈ ਭਾਈ ਕੁਲਵੰਤ ਸਿੰਘ ਜੀ ਕਲਕੱਤੇ ਵਾਲੇ ਪ੍ਰਧਾਨ ਜੀ। ਬੋਲੇ ਸਮੂਹ ਸੰਗਤ ਅਤੇ ਪ੍ਰਬੰਧਕ ਕਮੇਟੀ ਭਾਈ ਹਰਜਿੰਦਰ ਸਿੰਘ ਜੀ ਮਾਝੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ। ਵਾਹਿਗੁਰੂ ਕਿਰਪਾ ਕਰੇ ਫਿਰ ਸਮਾਂ ਦੇਵੇ। 25-30 ਦਿਨ ਦਾ ਘੱਟੋ ਘੱਟ ਪ੍ਰੋਗਰਾਮ ਹੋਵੇ। ਅਸੀਂ ਵਿਸਤਾਰ ਵਿੱਚ ਇਹਨਾਂ ਤੋਂ ਗੁਰਬਾਣੀ ਵਿਚਾਰ ਸੁਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ